ਸਿਧ ਆਸਣ ਸਭ ਜਗਤ ਦੇ, ਨਾਨਕ ਆਦ ਮਤੇ ਜੇ ਕੋਆ। ਜਿੱਥੈ ਬਾਬਾ ਪੈਰ ਧਰੇ, ਪੂਜਾ ਆਸਣ ਘਰ ਘਰ ਅੰਦਰ ਧਰਮਸਾਲ, ਹੋਵੈ ਕੀਰਤਨ ਸਦਾ ਵਿਸੋਆ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ। ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਜਿੱਥੈ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਘਰ ਘਰ ਅੰਦਰ ਧਰਮਸਾਲ, ਹੋਵੈ ਕੀਰਤਨ ਸਦਾ ਵਿਸੋਆ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ। ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹਿਲ ਗੁਰਾਂ ਦੇ ਨਾਮ ਮਾਤਾ ਜੀ ਸੁਲੱਖਣੀ ਸੋ, ਸ੍ਰੀ ਚੰਦ ਲਖਮੀ ਦੋ ਪੂਤ ਗੁਰਦੇਵ ਕੇ। ਕਰਕੇ ਹਿਸਾਬ ਮੋਦੀ ਖਾਨੇ ਵਿੱਚ ਨਫਾ ਪਾਏ, ਦੌਲਤ ਨਵਾਬ ਸਿੱਖ ਤਿਆਗ ਅੰਗ ਮੇਵ ਕੇ। ਮਹਿਲ ਗੁਰਾਂ ਦੇ ਨਾਮ ਮਾਤਾ ਜੀ ਸੁਲੱਖਣੀ ਸੋ, ਸ੍ਰੀ ਚੰਦ ਲਖਮੀ ਦੋ ਪੂਤ ਗੁਰਦੇਵ ਕੇ। ਕਰਕੇ ਹਿਸਾਬ ਮੋਦੀ ਖਾਨੇ ਵਿੱਚ ਨਫਾ ਪਾਏ, ਦੌਲਤ ਨਵਾਬ ਸਿੱਖ ਤਿਆਗ ਅਹੰਗ ਮੇਵ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ, ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜਿੱਥੇ ਸਤਿਗੁਰੂ ਗਰੀਬ ਨਿਵਾਜ ਜੀ ਦੇ ਅੰਮ੍ਰਿਤ ਬਾਣੀ ਦੇ ਕੱਲ ਰੋਜ਼ ਤੋਂ ਅਖੰਡ ਪ੍ਰਵਾਹ ਚੱਲ ਰਹੇ ਹਨ। ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਆਗਮਨ ਪੁਰਬ ਦੀਆਂ ਖੁਸ਼ੀਆਂ ਦੇ ਵਿੱਚ ਗੁਰੂ ਕੀਆਂ ਸੰਗਤਾਂ ਨੇ ਸਾਰਿਆਂ ਨੇ ਗੁਰੂ ਕੇ ਪਿਆਰਿਓ ਮਿਲ ਕਰਕੇ ਇਹ ਪਾਵਨ ਗੁਰਪੁਰਬ ਨੂੰ ਮਨਾਉਂਦਿਆਂ ਕੱਲ ਰੋਜ਼ ਤੋਂ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਦੇ ਇੱਕ ਪਾਵਨ ਅਖੰਡ ਪਾਠ ਸਾਹਿਬ ਸਮੇਤ ਸ੍ਰੀ ਜਪਜੀ ਸਾਹਿਬ ਜੀ ਦੇ ਪ੍ਰਾਰੰਭ ਕਰਾਏ ਹਨ। ਸੋ ਅੰਮ੍ਰਿਤ ਬਾਣੀ ਦੇ ਜੋ ਪ੍ਰਵਾਹ ਚੱਲ ਰਹੇ, ਨਾਲ ਹੀ ਅੰਮ੍ਰਿਤ ਵੇਲੇ ਤੋਂ ਰੋਜ਼ਾਨਾ ਦਾ ਨਿਤਨੇਮ, ਪੰਜ ਗੁਰਬਾਣੀਆਂ ਦੇ ਪਾਠ, ਇਸੇ ਤਰ੍ਹਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ,
ਆਸਾ ਜੀ ਦੀ ਵਾਰ ਦਾ ਪਾਵਨ ਕੀਰਤਨ ਗੁਰੂ ਕੇ ਸਿੰਘਾਂ ਨੇ, ਗੁਰੂ ਕੇ ਪਿਆਰਿਆਂ ਨੇ ਕੀਤਾ ਹੈ। ਵਡਭਾਗੀ ਰੂਹਾਂ ਨੇ ਅੰਮ੍ਰਿਤ ਵੇਲੇ ਤੋਂ ਪਾਵਨ ਬਾਣੀ ਨੂੰ ਗਾ ਸੁਣ ਕਰਕੇ ਸਤਿਗੁਰੂ ਜੀ ਦੇ ਸਫਲ ਦਰਸ਼ਨ ਕਰਕੇ ਭਾਰੀ ਲਾਹਾ ਪ੍ਰਾਪਤ ਕੀਤਾ ਹੈ। ਆਓ ਪ੍ਰੇਮੀਓ, ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਹ ਗੁਰਪੁਰਬ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਕਰਕੇ ਪਰਸੋਂ ਰੋਜ਼ ਤੋਂ ਜੋ ਅੰਮ੍ਰਿਤ ਗੁਰ ਇਤਿਹਾਸ ਦੀ ਕਥਾ ਪ੍ਰਾਰੰਭ ਕੀਤੀ ਹੈ, ਤੇ ਇਸ ਕਥਾ ਦਾ ਸਮਾਂ ਆਓ ਪਿਆਰਿਓ ਹੁਣ ਸੁਣ ਕਰਕੇ ਹੋਰ ਵੀ ਲਾਹ ਖਟੀਏ। ਧੰਨ ਮਹਾਂਪੁਰਖ ਦਮਦਮੀ ਟਕਸਾਲ ਦੇ 12ਵੇਂ ਮੁਖੀ ਵਿਦਿਆ ਮਾਰਤੰਡ ਪੰਥ ਰਤਨ ਬ੍ਰਹਮ ਗਿਆਨੀ ਮਹਾਂਪੁਰਖ, ਜਿਨ੍ਹਾਂ ਨੇ ਸਾਰੇ ਦੇਸ਼ਾਂ ਵਿੱਚ ਵਿਚਰ ਕਰਕੇ, ਭਾਰਤ ਵਿੱਚ ਵਿਚਰ ਕਰਕੇ ਅੰਮ੍ਰਿਤ ਬਾਣੀ ਦੀਆਂ ਗੁਰੂ ਕੇ ਪਿਆਰਿਓ 27 ਕਥਾ ਜੋ ਸੀ ਸੰਪੂਰਨ ਕੀਤੀਆਂ। ਸੋ ਤਿੰਨਾਂ ਮਹਾਂਪੁਰਖਾਂ ਦੀ ਇਹ ਰਚਨਾ ਸਤਿਗੁਰੂ ਗਰੀਬ ਨਵਾਜ ਜੀ ਦੇ 10 ਪਾਤਸ਼ਾਹੀਆਂ ਦੇ ਪਾਵਨ ਇਤਿਹਾਸ ਨੂੰ ਮਹਾਂਪੁਰਖਾਂ ਨੇ ਆਪਣੀ ਕਲਮਬੰਦ ਕੀਤਾ ਹੈ। ਬੜਾ ਹੀ ਸੁੰਦਰ ਸੰਖੇਪ ਦੇ ਵਿੱਚ ਇਤਿਹਾਸ ਇਸ ਪਾਵਨ ਗ੍ਰੰਥ ਵਿੱਚੋਂ ਜੋ ਗੁਰਮੁਖ ਪ੍ਰਕਾਸ਼ ਗ੍ਰੰਥ ਮਹਾਂਪੁਰਖਾਂ ਨੇ ਇਹ ਛੰਦਾਬੰਦੀ ਦਾ ਲਿਖਿਆ ਹੈ। ਆਪਾਂ ਪਰਸੋਂ ਰੋਜ਼ ਤੋਂ ਇਹ ਕਥਾ ਸਰਵਣ ਕਰ ਰਹੇ ਹਾਂ। ਸੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਹਿਲਾਂ ਸਤਿਗੁਰੂ ਜੀ ਦੇ ਆਗਮਨ ਦੀ ਕਿਉਂ ਲੋੜ ਪਈ, ਮਹਾਰਾਜ ਜੀ ਨੇ ਅਵਤਾਰ ਕਿਉਂ ਧਾਰਿਆ, ਉਸ ਸਮੇਂ ਦੀ ਦਸ਼ਾ ਕੀ ਸੀ ਸੰਸਾਰ ਦੀ, ਉਹ ਵੇਖ ਕੇ ਗੁਰੂ ਕੇ ਪਿਆਰਿਓ ਉਹ ਮਹਾਂਪੁਰਖਾਂ ਨੇ ਲਿਖੀ ਹੈ। ਪਹਿਲੇ ਦਿਨ ਵਿੱਚ ਉਹ ਕਥਾ ਹੋਈ ਹੈ ਔਰ ਅੱਗੇ ਕੱਲ ਜੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਵਤਾਰ ਦੀ ਕਥਾ, ਉਹਦੇ ਵਿੱਚੋਂ 10 ਪੌੜੀਆਂ 10 ਛੰਦ ਜੋ ਸਨ ਉਹ ਸੰਪੂਰਨ ਹੋਏ ਹਨ। ਸੋ ਅੱਜ ਜਿਵੇਂ ਸਤਿਗੁਰੂ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਹਨ, ਆਓ ਪ੍ਰੇਮੀਓ ਸਰਵਣ ਕਰੀਏ। ਸੋ ਮਹਾਂਪੁਰਖਾਂ ਦਾ ਇਹ ਲਿਖਿਆ ਹੋਇਆ ਗੁਰੂ ਕਾ ਇਤਿਹਾਸ ਧੰਨ ਗੁਰੂ ਗਰੀਬ ਨਵਾਜ ਜੀ ਦੇ ਪਾਵਨ ਕੌਤਕ ਸਰਵਣ ਕਰਕੇ ਆਓ ਲਾਹਾ ਖਟੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹਿਲ ਗੁਰਾਂ ਦੇ ਨਾਮ ਮਾਤਾ ਜੀ ਸੁਲੱਖਣੀ ਸੋ, ਸ੍ਰੀ ਚੰਦ ਲਖਮੀ 2 ਪੂਤ ਗੁਰਦੇਵ ਕੇ। ਸੋ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਲਤਾਨਪੁਰ ਸਾਹਿਬ ਵਿਖੇ ਰਾਏ ਬੁਲਾਰ ਜੀ ਨੇ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਨੂੰ ਭੇਜਿਆ ਬੇਬੇ ਨਾਨਕੀ ਜੀ ਦੇ ਪਾਸ। ਇੱਥੇ ਰਹਿੰਦਿਆਂ ਸਤਿਗੁਰੂ ਜੀ ਨੇ ਮੋਦੀ ਦੀ ਕਾਰ ਕੀਤੀ ਅਤੇ ਅਨੇਕਾਂ ਗਰੀਬਾਂ ਨੂੰ ਔਰ ਲੋੜਵੰਦ ਸਾਧੂਆਂ ਨੂੰ, ਸੰਤਾਂ ਫਕੀਰਾਂ ਨੂੰ, ਜੋ ਪਰਮੇਸ਼ਰ ਨੂੰ ਮੰਨਣ ਵਾਲੇ ਸਾਧੂ ਸੰਤ ਸਨ, ਔਰ ਜਿਹੜਾ ਵੀ ਲੋੜਵੰਦ ਆਉਂਦਾ ਸਤਿਗੁਰੂ ਜੀ ਉਹਦੀਆਂ ਝੋਲੀਆਂ ਭਰੀ ਜਾਂਦੇ। ਧੰਨ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਇਹ ਉਦਾਰ ਦਿਲੀ ਨੂੰ ਵੇਖ ਕੇ ਜਿੱਥੇ ਲੋਕ
ਲਾਹਾ ਲੈਣ ਵਾਲੇ ਖੁਸ਼ ਹੁੰਦੇ, ਉੱਥੇ ਈਰਖਾਲੂ ਸੜਦੇ। ਔਰ ਦੌਲਤ ਖਾਨ ਲੋਧੀ ਦੇ ਪਾਸ ਉਹਨਾਂ ਨੇ ਸ਼ਿਕਾਇਤ ਕੀਤੀ ਕਿ ਤੁਹਾਡਾ ਜੋ ਮੋਦੀ ਹੈ ਉਸ ਮੋਦੀ ਖਾਨੇ ਨੂੰ ਲੁਟਾ ਕੇ ਤੇ ਚਲਾ ਜਾਏਗਾ, ਖੁੱਲ੍ਹਾ ਵਰਤਾਉਂਦਾ, ਗਰੀਬਾਂ ਨੂੰ, ਸਾਧੂਆਂ ਨੂੰ, ਜਿੰਨਾ ਕਿਸੇ ਨੂੰ ਲੋੜ ਹੁੰਦੀ ਤੇਰਾ ਤੇਰਾ ਕਰਕੇ ਤੋਲੀ ਜਾਂਦਾ ਕਿ ਅਕਾਲ ਪੁਰਖ ਜੀ ਉਹ ਤੁਹਾਡਾ ਹੈ, ਤੇ ਇਸ ਤਰ੍ਹਾਂ ਤੋਲੀ ਜਾਂਦੇ ਹਨ। ਮੋਦੀ ਖਾਂ ਜੋ ਦੌਲਤ ਖਾਂ ਸੀ ਲੋਧੀ, ਉਹਦੇ ਮਨ ਵਿੱਚ, ਕਿਉਂਕਿ ਫਿਰ ਵੀ ਉਹ ਦੁਨਿਆਵੀ ਬੰਦਾ ਸੀ, ਜਿੰਨਾ ਕੋਈ ਵੱਧ ਸਗੋਂ ਸਰਮਾਏਦਾਰ ਹੁੰਦਾ ਨਾ, ਕਿਸੇ ਕੋਲ ਮਾਇਆ ਹੁੰਦੀ, ਉਹਨੂੰ ਜ਼ਿਆਦਾ ਹੋਰ ਮਾਇਆ ਦਾ ਲਾਲਚ ਹੁੰਦਾ, ਮਾਇਆ ਦੀ ਖਿੱਚ ਹੁੰਦੀ ਆ, ਹਾਏ ਕਿਤੇ ਮਾਇਆ ਇੱਦਾਂ ਨਾ ਗਵਾਚ ਜੇ, ਇੱਦਾਂ ਨਾ ਹੋ ਜੇ। ਉਹਦੇ ਮਨ 'ਚ ਵੀ ਆਈ ਕਿ ਵਾਕਿਆ ਹੀ ਕਿਤੇ ਇੱਦਾਂ ਨਾ ਹੋ ਜੇ। ਸੋ ਹਿਸਾਬ ਕੀਤਾ ਗਿਆ। ਹਿਸਾਬ ਕਰਨ ਤੋਂ ਗੁਰੂ ਕੇ ਪਿਆਰਿਓ 135 ਰੁਪਈਏ ਗੁਰੂ ਸਾਹਿਬ ਦੇ ਵਧੇ। ਬਹੁਤ ਮੁਨਸ਼ੀ ਮਿਲ ਕਰਕੇ ਬੜੀ ਵਾਰ ਹਿਸਾਬ ਕੀਤਾ, ਪਰ ਫਿਰ ਵੀ ਵਾਧਾ ਸਤਿਗੁਰੂ ਜੀ ਦਾ ਨਿਕਲਿਆ। ਹੈਰਾਨ ਹੋ ਗਏ ਕਿ ਅਸੀਂ ਤਾਂ ਸੋਚਿਆ ਸੀ ਕਿ ਵਾਕਿਆ ਹੀ ਇੰਨੇ ਘਟ ਜਾਣਗੇ ਕਿ ਸਾਨੂੰ ਇਹਨਾਂ ਨੂੰ ਬਹੁਤ ਘਾਟਾ ਪੈ ਜਾਏਗਾ, ਇਹ ਕਰਜ਼ਾਈ ਹੋ ਜਾਣਗੇ, ਪਰ ਫਿਰ ਵੀ ਵਾਧਾ ਇਹਨਾਂ ਦਾ ਨਿਕਲਿਆ। ਚੰਗੀ ਤਰ੍ਹਾਂ ਜਦੋਂ ਹਿਸਾਬ ਕਿਤਾਬ ਕਰਨ ਤੋਂ ਵਾਧਾ ਨਿਕਲਿਆ ਤੇ ਦੌਲਤ ਖਾਨ ਲੋਧੀ ਖੁਸ਼ ਹੋਇਆ। 500 ਰੁਪਈਆ ਦੇ ਦਿੱਤਾ ਕਿ ਹੋਰ ਮੋਦੀ ਖਾਨੇ ਵਿੱਚ ਰਸਦ ਪਾਓ। ਇਸੇ ਤਰ੍ਹਾਂ ਕੁਝ ਸਮਾਂ ਬੀਤਿਆ। ਫਿਰ ਧੰਨ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਇਸੇ ਤਰ੍ਹਾਂ ਹੀ ਈਰਖਾਲੂਆਂ ਨੇ ਸਤਿਗੁਰਾਂ ਦੇ ਉਲਟ ਸ਼ਿਕਾਇਤ ਕਰਤੀ ਕਿ ਹੁਣ ਨਹੀਂ ਜੇ ਨਿਕਲਣਾ ਵਾਧਾ, ਹੁਣ ਬਹੁਤ ਘਾਟਾ ਪੈ ਜਾਏਗਾ, ਐਤਕੀ ਤੇ ਬਹੁਤਾ ਲਟਾਤਾ। ਫਿਰ ਜਦੋਂ ਹਿਸਾਬ ਕਿਤਾਬ ਹੋਇਆ ਤਾਂ 321 ਰੁਪਈਏ ਸਤਿਗੁਰਾਂ ਦਾ ਵਾਧਾ ਨਿਕਲਿਆ। ਇਸ ਪ੍ਰਕਾਰ ਧੰਨ ਗੁਰੂ ਗਰੀਬ ਨਿਵਾਸ ਜੀ ਦਾ ਫਿਰ ਇਸ ਸਮੇਂ ਦੇ ਵਿੱਚ ਆਨੰਦ ਕਾਰਜ ਜੋ ਬਟਾਲੇ ਨਗਰ ਦੇ ਰਹਿਣ ਵਾਲੇ ਵੱਖੋ ਕੇ ਰੰਧਾਵਿਆਂ ਦੇ ਜੋ ਪਟਵਾਰੀ ਸਨ, ਮੂਲ ਚੰਦ ਖੱਤਰੀ ਔਰ ਉਹਨਾਂ ਦੇ ਘਰਵਾਲੀ ਮਾਤਾ ਚੰਦੋ ਰਾਣੀ, ਤਿੰਨਾਂ ਦੀ ਪੁੱਤਰੀ ਸਤਿਕਾਰਯੋਗ ਜਗਤ ਮਾਤਾ ਮਾਤਾ ਸੁਲੱਖਣੀ ਜੀ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਨੰਦ ਕਾਰਜ ਹੋਇਆ। ਗੁਰੂ ਕੇ ਪਿਆਰਿਓ, ਸੋ 1545 ਬਿਕਰਮੀ ਨੂੰ 24 ਜੇਠ ਨੂੰ ਸੱਚੇ ਪਾਤਸ਼ਾਹ ਜੀ ਦਾ ਆਨੰਦ ਕਾਰਜ ਹੋਇਆ। ਭਾਵੇਂ ਕਿ ਸਤਿਗੁਰੂ ਜੀ ਦੇ ਵਿਆਹ ਪੁਰਬ ਨੂੰ ਹੁਣ ਗੁਰੂ ਕੀਆਂ ਸੰਗਤਾਂ ਆਸੂ ਦੇ ਮਹੀਨੇ 'ਚ ਮਨਾਉਂਦੀਆਂ। ਰਹੋ ਵਿਚਾਰ ਸ੍ਰੀ ਚੰਦ ਔਰ ਸਤਿਗੁਰੂ ਜੀ ਦੇ ਘਰ ਦੋ ਸਾਹਿਬਜ਼ਾਦਿਆਂ ਨੇ ਜਨਮ ਲਿਆ। ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ, ਜਿਨ੍ਹਾਂ ਦਾ ਜਨਮ 1551 ਬਿਕਰਮੀ ਭਾਦਰੋਂ ਸੁਦੀ 9 ਹੈ, ਔਰ ਛੋਟੇ ਸਪੁੱਤਰ ਬਾਬਾ ਲਖਮੀ ਦਾਸ ਜੀ, ਤਿੰਨਾਂ ਦਾ ਜਨਮ 1553 ਬਿਕਰਮੀ ਸੰਮਤ ਨੂੰ ਹੋਇਆ। ਇਸ ਪ੍ਰਕਾਰ ਦੋ ਸਾਹਿਬਜ਼ਾਦਿਆਂ ਨੇ ਗੁਰੂ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਜਨਮ ਲਿਆ ਹੈ। ਕਰਕੇ ਹਿਸਾਬ ਮੋਦੀ ਖਾਨੇ ਵਿੱਚ ਨਫਾ ਪਾਏ, ਦੌਲਤ ਨਵਾਬ ਸਿੱਖ ਤਿਆਗ ਅਹੰਗ ਮੇਵ ਕੇ। ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਜਦੋਂ ਹਿਸਾਬ ਕਿਤਾਬ ਹੋਇਆ ਨਾ, ਆਪਾਂ ਪਹਿਲਾਂ ਜ਼ਿਕਰ ਕੀਤਾ ਹੈ, ਤਾਂ ਉਹਦੇ ਵਿੱਚੋਂ ਨਫਾ ਪਾਇਆ, ਨਫਾ ਪ੍ਰਾਪਤ ਕੀਤਾ। ਔਰ ਇਹ ਮਹਾਂਪੁਰਖਾਂ ਨੇ ਨਾਲ ਹੀ ਇਹ ਬਚਨ ਲਿਖ ਦਿੱਤਾ ਹੈ ਕਿ ਲੋਧੀ ਖਾਂ ਜਿਹੜਾ ਦੌਲਤ ਨਵਾਬ ਸੀ ਨਾ, ਦੌਲਤ ਖਾਂ ਨਵਾਬ,
ਉਹਨੇ ਫਿਰ ਗੁਰੂ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਧਾਰਨ ਕੀਤੀ ਸੀ ਔਰ ਹੰਕਾਰ ਤਿਆਗ ਦਿੱਤਾ। ਉਹ ਅੱਗੇ ਬਚਨ ਆਵੇਗਾ ਨਾਲ, ਜਦੋਂ ਸੱਚੇ ਪਾਤਸ਼ਾਹ ਜੀ ਨੂੰ ਮਹਾਰਾਜ ਨੂੰ ਕਹਿਣ ਲੱਗੇ ਕਿ ਤੁਸੀਂ ਕਹਿ ਰਹੇ ਹੋ ਸਾਰੇ ਕੋਈ ਹਿੰਦੂ ਕੋਈ ਮੁਸਲਮਾਨ ਨਹੀਂ ਹੈ, ਤੇ ਆਓ ਜੇ ਇੱਦਾਂ ਸਾਰੇ ਤੁਸੀਂ ਇੱਕੋ ਰੱਬ ਨੂੰ ਜਾਣਦੇ ਹੋ ਤੇ ਆਓ ਰੱਬ ਇੱਕ ਹੈ ਤੇ ਸਾਡੇ ਨਾਲ ਮਿਲ ਕਰਕੇ ਮਸੀਤ ਵਿੱਚ ਨਮਾਜ਼ ਅਦਾ ਕਰੋ। ਸੋ ਆਓ ਉਹ ਅੱਗੇ ਆਪਾਂ ਸਰਵਣ ਕਰਾਂਗੇ ਜੀ। ਭਗੀਰਥ ਤੋਂ ਦੇਵੀ ਕੀ ਹਟਾਏ ਕੇ ਉਪਾਸਨਾ ਕੋ, ਨਾਮਦਾਨ ਦਿੱਤਾ ਨਾਲੇ ਮਨ ਸੁਖ ਸੇਵ ਕੇ। ਧੰਨ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਜੋ ਭਗੀਰਥ ਮਲਸੀਹਾਂ ਨਗਰ ਦਾ ਰਹਿਣ ਵਾਲਾ ਇਹ ਗੁਰੂ ਕਾ ਸਿੱਖ ਬਣਿਆ ਹੋਇਆ। ਪਹਿਲਾਂ ਇਹ ਦੇਵੀ ਦੀ ਉਪਾਸਨਾ ਕਰਦਾ ਸੀ, ਸੋ ਮਨ ਦਾ ਸੱਚਾ ਸੀ, ਬੜੇ ਪ੍ਰੇਮ ਦੇ ਨਾਲ ਦੇਵੀ ਦੀ ਉਪਾਸਨਾ ਕੀਤੀ। ਇੱਕ ਵਾਰ ਇਹੋ ਜਿਹਾ ਚਿੱਤ ਜੋੜ ਕੇ ਇਹਨੇ ਉਪਾਸਨਾ ਕੀਤੀ, ਸਾਰੀ ਰਾਤ ਹੀ ਦੇਵੀ ਨੂੰ ਜਪਦਾ ਰਿਹਾ। ਅੰਮ੍ਰਿਤ ਵੇਲਾ ਹੋਇਆ, ਇਹਨੂੰ ਬੈਠੇ ਨੂੰ ਇਸ ਪ੍ਰਕਾਰ ਸੁਰਤ ਦੇ ਵਿੱਚ। ਸੋ ਜਦੋਂ ਥੋੜਾ ਜਿਹਾ ਆਲਸ ਆਈ ਤੇ ਦੇਵੀ ਨੇ ਦਰਸ਼ਨ ਦਿੱਤੇ। ਕਹਿਣ ਲੱਗੀ ਵੀ ਕਾਹਦੇ ਲਈ ਮੁਕਤੀ। ਸੋ ਦਰਸ਼ਨ ਜਦੋਂ ਇਹਨੇ ਅੰਮ੍ਰਿਤ ਵੇਲੇ ਦੇਵੀ ਨੇ ਦਿੱਤੇ, ਕਹਿਣ ਲੱਗੀ ਮੰਗ ਜੋ ਮੰਗਣਾ। ਭਗੀਰਥ ਜੀ ਕਹਿਣ ਲੱਗੇ ਕਿ ਏਦਾਂ ਮੈਨੂੰ ਮੁਕਤੀ ਚਾਹੀਦੀ ਹੈ। ਦੇਵੀ ਕਹਿਣ ਲੱਗੀ ਜੇ ਮੁਕਤੀ ਲੈਣੀ ਆ ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਚਲਾ ਜਾ, ਜੇ ਹੋਰ ਕੁਝ ਮੰਗ ਤੇਰੀ ਹੈ ਤੇ ਮੈਂ ਪੂਰੀ ਕਰ ਦਿੰਦੀ ਹਾਂ। ਕਹਿਣ ਲੱਗਾ ਮੈਨੂੰ ਤਾਂ ਮੁਕਤੀ ਚਾਹੀਦੀ ਹੈ। ਉਸ ਵੇਲੇ ਕਿਹਾ ਕਿ ਮੁਕਤ ਤਾਂ ਮੈਂ ਆਪ ਵੀ ਨਹੀਂ ਹਾਂ, ਜੇ ਮੁਕਤੀ ਚਾਹੀਦੀ ਹੈ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨਿਰੰਕਾਰ ਦੇ ਰੂਪ ਇੱਥੇ ਥੋੜੀ ਦੂਰ ਸੁਲਤਾਨਪੁਰ ਸਾਹਿਬ ਆਏ ਹਨ, ਉਹਨਾਂ ਦੀ ਸ਼ਰਨ ਚਲਾ ਜਾ। ਗੁਰੂ ਕੇ ਪਿਆਰਿਓ, ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਰਨ ਆਏ, ਬੜੀ ਭਾਰੀ ਗੁਰੂ ਕੀ ਸੇਵਾ ਕੀਤੀ। ਮਨ ਸੁਖ ਸ਼ਾਹੂਕਾਰ ਨੂੰ ਵੀ ਜਦੋਂ ਲਾਹੌਰ ਚੂੜਾ ਲੈਣ ਗਏ ਸੀ, ਸੋ ਭਾਈ ਮਰਦਾਨੇ ਦੀ ਲੜਕੀ ਵਾਸਤੇ ਵਿਆਹ ਦਾ ਸਾਜ਼ ਸਮੱਗਰੀ ਲੈਣ ਗਏ ਸੀ। ਸੋ ਉਥੋਂ ਮਨ ਸੁਖ ਨੂੰ ਨਾਲ ਸ਼ਾਹੂਕਾਰ ਨੂੰ ਲੈ ਆਂਦਾ, ਗੁਰੂ ਕਾ ਸਿੱਖ ਬਣਾਇਆ। ਇਸ ਪ੍ਰਕਾਰ ਭਾਈ ਭਗੀਰਥ ਜੀ ਨੇ ਸਤਿਗੁਰੂ ਗਰੀਬ ਨਿਵਾਸ ਜੀ ਦੀ ਬੜੀ ਭਾਰੀ ਸਿੱਖੀ ਕਮਾਈ। ਦੇਵੀ ਤੋਂ ਦੀ ਉਪਾਸਨਾ ਤੋਂ ਹਟਾ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹਨੂੰ ਸਿੱਖ ਬਣਾਇਆ ਹੈ। ਬੇਈ ਪ੍ਰਵੇਸ਼ ਕਰ ਬਰਨ ਕੋ ਸਿੱਖਿਆ ਦੇ, ਸੱਚਖੰਡ ਪਹੁੰਚੇ ਗੁਰ ਬਖਸ਼ਿਸ਼ ਲੇਵ ਕੇ। ਔਰ ਨਾਮਦਾਨ ਦਿੱਤਾ ਨਾਲੇ ਮਨ ਸੁਖ ਸੇਵ ਕੇ। ਨਾਮਦਾਨ ਦਿੱਤਾ, ਮਨ ਨੂੰ ਸੁਖ ਦੇ ਦਿੱਤਾ, ਅਥਵਾ ਮਨ ਸੁਖ ਜੋ ਸ਼ਾਹੂਕਾਰ ਹੈ ਉਹਨੂੰ ਵੀ ਸਤਿਗੁਰੂ ਗਰੀਬ ਨਿਵਾਸ ਜੀ ਨੇ ਕਿਰਪਾ ਕਰ ਦਿੱਤੀ। ਭਾਈ ਭਗੀਰਥ ਜੀ ਕਹਿਣ ਲੱਗੇ ਕਿ ਆਹ ਸਾਰੀ ਸਮੱਗਰੀ ਮੈਨੂੰ ਚਾਹੀਦੀ ਆ। ਮਨ ਸੁਖ ਸ਼ਾਹੂਕਾਰ ਕਹਿਣ ਲੱਗਾ ਸਭ ਕੁਝ ਮਿਲ ਸਕਦਾ, ਪਰ ਆਹ ਇੱਕ ਚੀਜ਼ ਜਿਹੜੀ ਲਿਖੀ ਆ ਨਾ, ਇਹ ਚੂੜਾ, ਇਹ ਅੱਜ ਨਹੀਂ, ਇਹਨੂੰ ਜੇ ਤੂੰ ਪ੍ਰਾਪਤ ਕਰਨਾ ਤੇ ਇੱਕ ਦਿਨ ਹੋਰ ਲੱਗੇਗਾ, ਇੱਕ ਰਾਤ ਤੈਨੂੰ ਇੱਥੇ ਠਹਿਰਨਾ ਪਵੇਗਾ। ਸੋ ਭਾਈ ਭਗੀਰਥ ਜੀ ਕਹਿਣ ਲੱਗੇ ਨਹੀਂ, ਮੈਂ ਇੱਕ ਰਾਤ ਹੋਰ ਨਹੀਂ ਠਹਿਰ ਸਕਦਾ, ਮੈਨੂੰ ਹੁਕਮ ਨਹੀਂ ਆ, ਮੇਰਾ ਜਨਮ ਵਿਅਰਥ ਚਲਾ ਜਾਏਗਾ ਜੇ ਮੈਂ ਇਹ ਹੁਕਮ ਅਦੂਲੀ ਕਰਤੀ। ਉਹ ਕਹਿਣ ਲੱਗਾ ਕਿ ਇਹੋ ਜਿਹਾ ਕਿਹੜਾ ਕਾਰਨ ਤੈਨੂੰ ਕਿਹਨੇ ਹੁਕਮ ਕਰ ਦਿੱਤਾ ਜਿਹੜਾ ਤੂੰ ਇਹ ਬਚਨ ਕਹਿ ਰਿਹਾ। ਉਸ ਸਮੇਂ ਦੱਸਿਆ ਕਿ ਮੇਰੇ ਪੂਰੇ ਸਤਿਗੁਰੂ ਜੀ ਨੇ ਇਹ ਬਚਨ ਕਿਹਾ ਹੈ ਕਿ ਤੂੰ ਇੱਕ ਰਾਤ ਤੋਂ ਵੱਧ ਰਾਤ ਉੱਥੇ ਨਹੀਂ ਠਹਿਰਨਾ। ਸੋ ਇਸ ਕਰਕੇ ਮੈਂ ਹੁਣ ਇਹ ਰਾਤ ਨਹੀਂ ਠਹਿਰ ਸਕਦਾ, ਮੈਨੂੰ ਮੁੜਨਾ ਪਵੇਗਾ। ਮਨ ਸੁਖ ਸ਼ਾਹੂਕਾਰ ਕਹਿਣ ਲੱਗਾ ਕਿ ਕਲਯੁਗ ਦੇ ਵਿੱਚ ਕੋਈ ਵੀ ਪੂਰਾ ਨਹੀਂ ਆ, ਮੈਂ ਵੀ ਬਥੇਰਿਆਂ ਨੂੰ ਵੇਖਿਆ,
ਭਾਈ ਭਗੀਰਥ ਨਿਸ਼ਚੇ ਵਾਲਾ ਸੀ, ਕਹਿਣ ਲੱਗਾ ਕਿ ਸਤਿਗੁਰੂ ਜੀ ਪੂਰੇ ਆ। ਮਨਸੁਖ ਸ਼ਾਹੂਕਾਰ ਕਹਿਣ ਲੱਗਾ ਇਦਾਂ ਕਰ, ਜੇ ਇਹੀ ਗੱਲ ਆ ਨਾ, ਜੇ ਤੇਰੇ ਗੁਰੂ ਪੂਰੇ ਆ ਤੇ ਮੈਂ ਦਰਸ਼ਨ ਕਰਨਾ ਚਾਹੁੰਦਾ, ਮੇਰੇ ਘਰ ਦੇ ਵਿੱਚ ਇੱਕ ਚੂੜਾ ਹੈ, ਮੈਂ ਉਹ ਭੇਟਾ ਕਰ ਦਿਆਂਗਾ, ਪਰ ਮੇਰੇ ਉਹ ਮਨ ਦੀ ਗੱਲ ਬੁੱਝਣ ਤਾਂ ਮੈਂ ਜਾਣਾਂਗਾ ਪੂਰੇ ਆ। ਇਹਨੇ ਮਨ 'ਚ ਸੰਕਲਪ ਕਰ ਲਿਆ ਕਿ ਸਤਿਗੁਰੂ ਮਹਾਰਾਜ ਮੈਨੂੰ ਨਾਮ ਲੈ ਕੇ ਬੁਲਾਉਣ। ਉਦੋਂ ਕਿਹੜੇ ਟੈਲੀਫੋਨ ਹੁੰਦੇ ਸੀ ਕਿ ਕਿਸੇ ਨੇ ਫੋਨ ਕਰ ਦਿੱਤਾ, ਜਾਂ ਭਾਈ ਭਗੀਰਥ ਜੀ ਨੇ ਪਹਿਲਾਂ ਹੀ ਫੋਨ ਕਰਤਾ ਹੋਵੇ ਕਿ ਮਹਾਰਾਜ ਆ ਮਨਸੁਖ ਸ਼ਾਹੂਕਾਰ ਆ ਰਿਹਾ, ਇਹਦਾ ਨਾਮ ਮਨਸੁਖ ਆਇਆ ਤੇ ਇਹਨੇ ਫੁਰਨਾ ਕੀਤਾ ਕਿ ਮੇਰਾ ਨਾਂ ਲੈ ਕੇ ਬੁਲਾਉਣ। ਸੋ ਸਤਿਗੁਰੂ ਮਹਾਰਾਜ ਦੇ ਪਾਸ ਅਜੇ ਪਹੁੰਚਾ ਸੀ, ਸਤਿਗੁਰੂ ਜੀ ਨੇ ਕਿਹਾ ਆਓ ਭਾਈ ਭਗੀਰਥ ਪਰਉਪਕਾਰੀ, ਇਹ ਮਨਸੁਖ ਜਿਹੜਾ ਕੱਚਾ ਸੀ ਨਾ ਪਹਿਲਾਂ, ਇਹਦਾ ਨਾਂ ਹੁਣ ਸੱਚਾ ਹੋ ਜਾਏਗਾ। ਇਹ ਕਰਨਾ ਚਾਹੁੰਦਾ ਆਪਣੇ ਨਾਮ ਨੂੰ ਸੱਚਾ, ਕਿਉਂਕਿ ਨਾਮ ਤੇ ਇਹਦਾ ਹੈਗਾ ਮਨ ਸੁਖ, ਕਿ ਪਰ ਮਨ ਨੂੰ ਇਹਦੇ ਨੂੰ ਸੁਖ ਚੈਨ ਹੈ ਹੀ ਨਹੀਂ ਸੀ। ਪਰ ਹੁਣ ਗੁਰੂ ਕੀ ਸ਼ਰਨ ਆ ਗਿਆ, ਇਹਦੇ ਮਨ ਨੂੰ ਸੁਖ ਮਿਲ ਜਾਏਗਾ। ਕਈਆਂ ਦੇ ਨਾਮ ਹੁੰਦੇ ਸੁੱਚਾ ਰੱਖਿਆ ਹੁੰਦਾ, ਪਰ ਝੂਠ ਝੂਠ ਬੋਲੀ ਚਲੇ ਜਾਂਦੇ ਆ। ਕਈਆਂ ਨੇ ਨਾਮ ਰੱਖਿਆ ਹੁੰਦਾ ਗੁਰ ਸੇਵਕ, ਪਰ ਸੇਵਾ ਉਹ ਕੁੱਤਿਆਂ ਦੀ ਕਰੀ ਜਾਂਦੇ ਆ, ਕੁੱਤੇ ਪਾਲੀ ਜਾਂਦੇ ਆ। ਗੁਰੂ ਦਰਬਾਰ 'ਚ ਆ ਕੇ ਕਦੀ ਮੱਥਾ ਵੀ ਨਹੀਂ ਟੇਕਿਆ, ਨਾਮ ਹੈ ਗੁਰਸੇਵਕ। ਸੋ ਇਸ ਪ੍ਰਕਾਰ ਹੋਰ ਹੀ ਖੇਡਾਂ 'ਚ ਲੱਗੇ ਰਹਿੰਦੇ ਆ, ਮਨ ਪਰਚਾਵਿਆਂ ਦੀਆਂ ਕਈ ਪ੍ਰਕਾਰ ਦੀਆਂ। ਕਹਿਣ ਤੋਂ ਭਾਵ ਜੋ ਮਨ ਜੋ ਨਾਮ ਹੈ, ਨਾਮ ਦੇ ਉਲਟ ਚੱਲਦੇ ਆ। ਮਹਾਰਾਜ ਕਹਿਣ ਲੱਗੇ ਹੁਣੇ ਆਪਣੇ ਨਾਮ ਨੂੰ ਸੱਚਾ ਕਰਨਾ ਚਾਹੁੰਦਾ। ਇਸ ਪ੍ਰਕਾਰ ਉਹ ਭਾਈ ਮਨਸੁਖ ਸ਼ਾਹੂਕਾਰ ਗੁਰੂ ਕੀ ਸ਼ਰਨ ਰਹਿ ਕੇ ਗੁਰੂ ਕੀ ਸੇਵਾ ਕਮਾ ਕੇ ਉਹ ਵੀ ਕਿਰਤਾਰਥ ਹੋਇਆ ਸੀ। ਗੁਰੂ ਜੀ ਅਕਾਲ ਕਰ ਬੇਈ ਪ੍ਰਵੇਸ਼ ਕਰ, ਬਰਨ ਕੋ ਸਿੱਖਿਆ ਦੇ, ਸੱਚਖੰਡ ਪਹੁੰਚੇ ਗੁਰ ਬਖਸ਼ਿਸ਼ ਲੇਵ ਕੇ। ਇੱਥੇ ਰਹਿੰਦਿਆਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਵੇਈ ਨਦੀ ਵਿੱਚ ਇੱਕ ਦਿਨ ਸਤਿਗੁਰੂ ਜੀ ਨੇ ਚੁੱਭੀ ਮਾਰੀ। ਹਰ ਰੋਜ਼ ਅੰਮ੍ਰਿਤ ਵੇਲੇ ਸਤਿਗੁਰੂ ਜੀ ਇਸ਼ਨਾਨ ਕਰਨ ਜਾਂਦੇ ਸੀ। ਸੋ ਸੇਵਾਦਾਰ ਕਈ ਗੁਰਮੁਖ ਇਤਿਹਾਸਕਾਰਾਂ ਨੇ ਤੋਂ ਸੁਣਿਆ, ਕਈ ਗੁਰਮੁਖਾਂ ਤੋਂ ਸੁਣਿਆ ਕਿ ਭਾਈ ਭਗੀਰਥ ਜੀ ਸੀ। ਰਹੋ ਵਿਚਾਰ, ਸੇਵਾਦਾਰ ਪਾਸ ਖੜਾ ਹੈ ਕੰਢੇ ਤੇ ਸਤਿਗੁਰੂ ਜੀ ਦੇ ਵਸਤਰ ਲੈ ਕੇ। ਸਤਿਗੁਰੂ ਗਰੀਬ ਨਵਾਜ ਜੀ ਨੇ ਚੁੱਭੀ ਮਾਰੀ ਤੇ ਵਾਪਸ ਨਾ ਆਏ। ਬਹੁਤ ਸਮਾਂ ਬੀਤ ਗਿਆ। ਸੋ ਇਸ ਪ੍ਰਕਾਰ ਘਰ ਆ ਕੇ ਦੱਸ ਦਿੱਤਾ ਸੇਵਾਦਾਰ ਨੇ। ਭਾਈਆ ਜੈ ਰਾਮ ਜੀ ਆਏ, ਹੋਰ ਪ੍ਰੇਮੀ ਜੋ ਸੰਗਤਾਂ ਸਿੱਖ। ਦੌਲਤ ਖਾਨ ਲੋਧੀ ਆਇਆ ਲੈ ਕਰਕੇ ਸੋ ਗੋਤੇਖੋਰਾਂ ਨੂੰ ਬੇੜੀਆਂ ਲਿਆਂਦੀਆਂ, ਜਾਲ ਪਾਏ, ਪਰ ਕੁਝ ਪਤਾ ਨਾ ਲੱਗਾ। ਆਖਰ ਨੂੰ ਸਾਰੇ ਥੱਕ ਗਏ, ਹਾਰ ਗਏ। ਕਈਆਂ ਨੇ ਜਾ ਕਰਕੇ ਬੇਬੇ ਨਾਨਕੀ ਜੀ ਨੂੰ ਕਹਿਤਾ ਕਿ ਬੇਬੇ ਜੀ ਤੁਹਾਡੇ ਭਰਾਤਾ ਜੀ ਡੁੱਬ ਗਏ, ਰੁੜ ਗਏ ਹਨ, ਜਾਂ ਕਿਸੇ ਜਾਨਵਰ ਨੇ ਉਹਨਾਂ ਨੂੰ ਨਿਗਲ ਲਿਆ। ਹੁਣ ਉਹ ਵਾਪਸ ਨਹੀਂ ਆਏ, ਪਰ ਬੇਬੇ ਜੀ ਨਿਸ਼ਚੇ ਵਾਲੇ ਸਨ। ਗੁਰੂ ਕੇ ਪਿਆਰਿਓ, ਜਦੋਂ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪ੍ਰਗਟ ਹੋਏ, ਸਤਿਗੁਰੂ ਗਰੀਬ ਨਵਾਜ ਜੀ ਨੇ ਅਵਤਾਰ ਧਾਰਨ ਦੇ ਸਮੇਂ ਹੀ ਵਾਹਿਗੁਰੂ ਮੰਤਰ ਉਚਾਰਿਆ। ਗੁਰਮੁਖ ਦੱਸਦੇ ਹਨ ਮਹਾਂਪੁਰਖ ਕਿ ਉਹ ਧੁਨੀ ਜੋ ਅਸੀਂ ਬੇਬੇ ਨਾਨਕੀ ਜੀ ਦੇ ਕੰਨੀ ਪਈ, ਜਿਵੇਂ ਸਤਿਗੁਰੂ ਜੀ ਆਪ ਧੁਰੋਂ ਗੁਰੂ ਰੂਪ ਹੋਏ,
ਪ੍ਰਗਟ ਹੋਏ ਤੇ ਨਾਲ ਹੀ ਸਿੱਖੀ ਪੰਥ ਪ੍ਰਗਟ ਹੋ ਗਿਆ। ਸਿੱਖੀ ਪੰਥ ਕੀ ਪਹਿਲਾ ਹੀ ਸਿੱਖ ਬੇਬੇ ਨਾਨਕੀ ਜੀ ਬਣ ਗਏ। ਉਹ ਗੁਰਮੰਤਰ ਗੁਰੂ ਜੀ ਦਾ ਮਨ ਚ ਵਸਾਇਆ ਔਰ ਗੁਰੂ ਸਾਹਿਬ ਨੂੰ ਗੁਰੂ ਨਿਸ਼ਚੈ ਕੀਤਾ। ਉਹ ਜੋ ਵਾਹਿਗੁਰੂ ਉਚਾਰਿਆ ਉਹੀ ਮਹਾਰਾਜ ਨੇ ਬਾਣੀ ਉਚਾਰੀ, ਨਾਲ ਹੀ ਬਾਣੀ ਪ੍ਰਗਟ ਹੋ ਗਈ ਔਰ ਨਾਲ ਹੀ ਧੁਨ ਜੋ ਉਚਾਰਨ ਕੀਤੀ ਨਾ, ਸੰਗੀਤ ਬਖਸ਼ਿਸ਼ ਕਰ ਦਿੱਤਾ। ਇਸ ਪ੍ਰਕਾਰ ਪਹਿਲੇ ਸਿੱਖ ਬੇਬੇ ਨਾਨਕੀ ਜੀ ਹੋ ਗਏ। ਇਹ ਪੰਜੇ ਚੀਜ਼ਾਂ ਇੱਕੋ ਵਾਰ ਹੀ ਪ੍ਰਗਟ ਹੋਈਆਂ। ਅਤੇ ਗੁਰੂ ਕੇ ਪਿਆਰਿਓ, ਬੇਬੇ ਜੀ ਨੇ ਉਸ ਦਿਨ ਤੋਂ ਲੈ ਕੇ ਕਦੀ ਵੀ ਸਤਿਗੁਰੂ ਗਰੀਬ ਨਿਵਾਜ ਜੀ ਨੂੰ ਆਪਣਾ ਭਰਾ ਜਾਣ ਕੇ ਹੀ ਨਹੀਂ ਸਤਿਕਾਰ ਕੀਤਾ, ਬਲਕਿ ਅਕਾਲ ਪੁਰਖ ਦਾ ਰੂਪ ਗੁਰੂ ਪਰਮੇਸ਼ਰ ਜਾਣ ਕੇ ਆਪਣੇ ਤੋਂ ਛੋਟੇ ਭਰਾਤਾ ਜੀ ਦੇ ਚਰਨਾਂ ਤੇ ਮੱਥਾ ਟੇਕਦੇ ਰਹੇ। ਭਾਵੇਂ ਕਿ ਸਤਿਗੁਰੂ ਜੀ ਨੇ ਰੋਕਣਾ ਕਿ ਬੇਬੇ ਜੀ ਤੁਸੀਂ ਵੱਡੇ ਹੋ, ਇਹ ਸਾਡਾ ਫਰਜ਼ ਹੈ ਤੁਹਾਡਾ ਸਤਿਕਾਰ ਕਰਨਾ, ਪਰ ਬੇਬੇ ਜੀ ਨੇ ਕਹਿਣਾ ਨਹੀਂ, ਮੈਂ ਤੁਹਾਨੂੰ ਭਰਾ ਜਾਣ ਕੇ ਨਹੀਂ ਤੁਹਾਡਾ ਸਤਿਕਾਰ ਕਰ ਰਹੀ, ਮੈਂ ਤੁਹਾਨੂੰ ਪਰਮੇਸ਼ਰ ਰੂਪ ਜਾਣ ਕੇ ਤੁਹਾਡੇ ਚਰਨਾਂ ਤੇ ਨਮਸਕਾਰ ਕਰ ਰਹੀ ਹਾਂ। ਜਦੋਂ ਲੋਕਾਂ ਨੇ ਆ ਕੇ ਬੇਬੇ ਜੀ ਨੂੰ ਕਹਿਣਾ ਕੀਤਾ ਕਿ ਬੇਬੇ ਜੀ ਤੁਹਾਡੇ ਭਰਾਤਾ ਜੀ ਰੁੜ ਗਏ ਹਨ, ਡੁੱਬ ਗਏ ਹਨ, ਅੱਗੋਂ ਬੇਬੇ ਜੀ ਨੇ ਨਿਸ਼ਚਾ ਰੱਖ ਕੇ ਵਚਨ ਕਰਨਾ ਕਿ ਨਹੀਂ, ਉਹ ਤਾਂ ਡੁੱਬਿਆਂ ਨੂੰ ਤਾਰਨ ਵਾਸਤੇ ਆਏ ਆ, ਉਹ ਤਾਂ ਰੁੜਦਿਆਂ ਨੂੰ ਬੰਨੇ ਲਾਉਣ ਆਏ ਆ, ਉਹ ਨਹੀਂ ਡੁੱਬ ਸਕਦੇ, ਤੁਸੀਂ ਮਨ ਚੋਂ ਇਹ ਭਰਮ ਕੱਢ ਦਿਓ। ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਇੱਧਰ ਤਾਂ ਸੰਸਾਰ ਵਿੱਚ ਇਹ ਵਰਤ ਰਿਹਾ ਸੀ, ਉਧਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਵਰਨ ਦੇਵਤੇ ਨੂੰ ਸਿੱਖਿਆ ਦੇ ਕੇ ਅੱਗੇ ਅਕਾਲ ਪੁਰਖ ਦੇ ਦਰਬਾਰ ਵਿੱਚ ਹਾਜ਼ਰ ਹੋਏ। ਜਦੋਂ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਨਿਰੰਕਾਰ ਦੇ ਪਾਸ ਗਏ, ਗੰਭੀਰ ਧੁਨ ਵਿੱਚ ਨਿਰੰਕਾਰ ਜੀ ਨੇ ਸਵਾਗਤ ਕੀਤਾ ਔਰ ਆਖਿਆ ਕਿ ਆਓ, ਜਿਸ ਕੰਮ ਲਈ ਤੁਹਾਨੂੰ ਭੇਜਿਆ ਉਹ ਪ੍ਰਾਰੰਭ ਕਰੋ। ਮਹਾਰਾਜ ਜੀ ਨੇ ਕਿਹਾ ਕਿ ਸੰਸਾਰ ਵਿੱਚ ਮਰਿਆਦਾ ਹੈ ਗੁਰੂ ਧਾਰਨ ਦੀ, ਤੇ ਇਸ ਕਰਕੇ ਮੈਂ ਆਪ ਜੀ ਨੂੰ ਗੁਰੂ ਧਾਰਨ ਆਇਆ। ਗੁਰੂ ਧਾਰ ਕੇ ਕੋਈ ਜਿਹੜਾ ਗੁਰੂ ਵਾਲਾ ਉਹੀ ਅੱਗੇ ਗੁਰੂ ਦਾ ਪ੍ਰਚਾਰ ਆਪਣੇ ਪੰਥ ਦਾ ਕਰ ਸਕਦਾ। ਗਰੀਬ ਨਿਵਾਜ ਜੀ ਨੂੰ ਉਸ ਵੇਲੇ ਨਿਰੰਕਾਰ ਜੀ ਨੇ ਗੁਰੂ ਕਰਕੇ ਇਹ ਮੂਲ ਮੰਤਰ ਬਖਸ਼ਿਸ਼ ਕੀਤਾ। ਮਹਾ ਮੰਤਰ ਜੋ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਥੋਂ ਤੱਕ ਨਿਰੰਕਾਰ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਬਖਸ਼ਿਸ਼ ਕੀਤਾ। ਅਗੋਂ ਗਰੀਬ ਨਿਵਾਜ ਜੀ ਨੇ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਇਹ ਉਚਾਰਨ ਕੀਤਾ, ਵਾਹਿਗੁਰੂ ਦੀ ਉਸਤਤ ਕੀਤੀ। ਤਾਂ ਨਿਰੰਕਾਰ ਜੀ ਨੇ ਬਚਨ ਕੀਤਾ ਕਿ ਇਹ ਜੋ ਤੁਸੀਂ ਸਾਰੀ ਸੰਗਤ ਨੂੰ, ਸਾਰਿਆਂ ਜੀਵਾਂ ਨੂੰ ਇਹ ਗੁਰ ਦੀਖਿਆ ਬਖਸ਼ਿਸ਼ ਕਰਿਆ ਕਰੋ। ਤੁਸੀਂ ਗੁਰ ਪਰਮੇਸ਼ਰ ਤੇ ਮੈਂ ਪਾਰ ਬ੍ਰਹਮ ਪਰਮੇਸ਼ਰ। ਸੋ ਇਸ ਪ੍ਰਕਾਰ ਸਾਡੇ ਵਿੱਚ ਤੇ ਤੁਹਾਡੇ ਵਿੱਚ ਕੋਈ ਭੇਦ ਨਹੀਂ। ਇਸ ਪ੍ਰਕਾਰ ਨਿਰੰਕਾਰ ਜੀ ਤੋਂ ਇਹ ਮਹਾ ਮੰਤਰ ਮੂਲ ਮੰਤਰ ਲੈ ਕੇ ਸਤਿਗੁਰੂ ਜੀ ਆਏ। ਉਹ ਬਚਨ ਜੋ ਇੱਥੇ ਕਵੀ ਜੀ ਲਿਖ ਰਹੇ ਹਨ ਕਿ ਬੇਈ ਪ੍ਰਵੇਸ਼ ਕਰ ਵਰਨ ਨੂੰ ਸਿੱਖਿਆ ਦੇ ਕੇ ਸਤਿਗੁਰੂ ਜੀ ਸੱਚਖੰਡ ਪਹੁੰਚੇ ਤੇ ਬਖਸ਼ਿਸ਼ ਪ੍ਰਾਪਤ ਕੀਤੀ। ਭਾਈ ਗੁਰਦਾਸ ਸਾਹਿਬ ਜੀ ਨੇ ਇਸ
ਪ੍ਰਸੰਗ ਨੂੰ ਇਸ ਤਰ੍ਹਾਂ ਵਰਣਨ ਕੀਤਾ। ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ। ਰੇਤ ਅੱਕ ਆਹਾਰ ਕੜ ਕਰ, ਰੋੜਾਂ ਕੀ ਗੁਰ ਕਰੀ ਵਿਛਾਈ। ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਉ ਬਣ ਆਈ। ਬਾਬਾ ਪੈਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ। ਬਾਬਾ ਦੇਖਿਆ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਬੇ ਭੇਖ ਬਣਾਇਆ, ਸੋ ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਜੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ, ਸੋ ਉਦਾਸੀ ਕੀ ਰੀਤ ਚਲਾਈ। ਚੜਿਆ ਸੋਧਣ ਧਰਤ ਲੁਕਾਈ। ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਧੰਨ ਗੁਰੂ ਗਰੀਬ ਨਿਵਾਸ ਜੀ ਨੇ ਨਿਰੰਕਾਰ ਤੋਂ ਗਰੀਬੀ ਮੰਗੀ। ਨੌ ਨਿਧੀਆਂ ਦਾ ਖਜ਼ਾਨਾ ਨਾਮ ਪ੍ਰਾਪਤ ਕੀਤਾ ਔਰ ਉਹਦਾ ਪ੍ਰਚਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੀ ਦੁਨੀਆ ਦੇ ਵਿੱਚ ਕੀਤਾ। ਜਦੋਂ ਗਰੀਬ ਨਿਵਾਸ ਜੀ ਇੱਥੇ ਆਏ ਦੁਬਾਰਾ ਸੁਲਤਾਨਪੁਰ ਸਾਹਿਬ ਵਿਖੇ, ਮਸਾਣਾ ਦੇ ਵਿੱਚ ਸਤਿਗੁਰੂ ਜੀ ਨੇ ਡੇਰਾ ਲਾ ਲਿਆ ਔਰ ਪਰਮੇਸ਼ਰ ਦੇ ਵਿੱਚ ਇੱਕ ਰਸ ਸੁਰਤੀ ਜੋੜੀ ਰੱਖੀ। ਉਸ ਸਮੇਂ ਜੋ ਹਾਲਤ ਬਣੀ, ਸਾਰੇ ਲੋਕ ਹੈਰਾਨ ਹੋ ਗਏ ਕਿ ਕੀ ਹੋ ਗਿਆ ਇਹਨਾਂ ਨੂੰ। ਔਰ ਇੱਕ ਬਚਨ ਹੋਰ ਗੁਰੂ ਕੇ ਪਿਆਰਿਓ, ਤੀਜੇ ਦਿਨ ਜਦੋਂ ਸਤਿਗੁਰੂ ਜੀ ਇੱਥੇ ਸੁਲਤਾਨਪੁਰ ਸਾਹਿਬ ਪਹੁੰਚੇ ਨਾ, ਅਕਾਲ ਪੁਰਖ ਵਾਹਿਗੁਰੂ ਜੀ ਤੋਂ ਗੁਰੂ ਜੀ ਅਕਾਲ ਕਰ ਇੱਕ ਨਾਮ ਮੰਤਵਾਰ, ਆਏ ਸੁਲਤਾਨਪੁਰ ਤੀਜੇ ਦਿਨ ਜਾਣੀਏ। ਅਕਾਲ ਪੁਰਖ ਵਾਹਿਗੁਰੂ ਨੂੰ ਗੁਰੂ ਧਾਰਨ ਕਰਕੇ ਤੇ ਮੰਤਰ ਜੋ ਸ੍ਰੇਸ਼ਟ ਮਹਾਮੰਤਰ ਮੂਲ ਮੰਤਰ ਲੈ ਕੇ ਆਏ। ਆ ਕਰਕੇ ਸੱਚੇ ਪਾਤਸ਼ਾਹ ਜੀ ਨੇ ਹਾਂਜੀ ਅੱਗੇ ਦੱਸਦੇ ਹਨ, ਗੁਰੂ ਜੀ ਅਕਾਲ ਕਰ ਮੋਦੀ ਖਾਨਾ ਖੋਲ ਕਰ, ਦਿੱਤਾ ਹੈ ਲੁਟਾਏ ਗੁਰ, ਤੋਟ ਨਹਿ ਆਵੇ ਘਰ ਦੀਨ ਤ੍ਰਿਪਤਾਨੀਏ। ਮੋਦੀ ਖਾਨਾ ਖੋਲ ਕੇ ਤੇ ਸਤਿਗੁਰਾਂ ਨੇ ਉਹ ਲੁਟਾ ਦਿੱਤਾ। ਲੁਟਾਉਣ ਤੋਂ ਵੀ ਗੁਰੂ ਕੇ ਪਿਆਰਿਓ ਕਿਸੇ ਪ੍ਰਕਾਰ ਦਾ ਕੋਈ ਘਾਟਾ ਨਹੀਂ ਪਿਆ। ਦੀਨਾਂ ਨੂੰ, ਗਰੀਬਾਂ ਨੂੰ, ਸਾਰਿਆਂ ਨੂੰ ਮਹਾਰਾਜ ਨੇ ਤ੍ਰਿਪਤ ਕਰ ਦਿੱਤਾ। ਆਪ ਜਾ ਕੇ ਮਸਾਣ ਭੂਮੀ ਵਿੱਚ ਆਸਣ ਲਾ ਲਿਆ। ਉੱਥੇ ਗੁਰੂ ਕੇ ਪਿਆਰਿਓ ਅਗਲਾ ਬਚਨ ਲਿਖਦੇ ਹਨ, ਮੁੱਲਾ ਭੂਤ ਵਾਲਾ ਤਾਰ ਨਿਦਾ ਪੀ ਲਿਆ ਉਬਾਰ, ਪਰਮਾਨੰਦ ਜੈ ਰਾਮ ਕੀਏ ਬੰਦ ਹਾਨੀਏ। ਕਿਸੇ ਨੇ ਕਿਹਾ ਕਿ ਇਹਨਾਂ ਨੂੰ ਭੂਤ ਚੰਬੜਿਆ, ਕਿਸੇ ਨੇ ਕੁਝ ਸਮਝਿਆ। ਤੇ ਇਸ ਸਮੇਂ ਜੋ ਮੁੱਲਾ ਸੀ ਨਾ, ਉਹਨੂੰ ਲੈ ਕੇ ਦੌਲਤ ਖਾਨ ਲੋਧੀ ਆਇਆ। ਮੁੱਲਾ ਨੇ ਸਤਿਗੁਰੂ ਜੀ ਨੂੰ ਬੁਲਾਇਆ, ਉਹਦਾ ਯਤਨ ਕੀਤਾ। ਮਹਾਰਾਜ ਜੀ ਬੋਲੇ ਨਾ। ਸਮਾਧੀ ਲੱਗੀ ਸੀ ਸਤਿਗੁਰਾਂ ਦੀ। ਉਹਨੇ ਇਹਨਾਂ ਨੂੰ ਧੂਆਂ ਜੋ ਸਤਿਗੁਰੂ ਜੀ ਦੇ ਨੱਕ ਅੱਗੇ ਕੀਤਾ। ਜਦੋਂ ਉਹ ਅੰਦਰ ਧੂਆਂ ਗਿਆ, ਸਤਿਗੁਰੂ ਜੀ ਦੇ ਦਸਮ ਦਵਾਰ ਜੋ ਬਿਰਤੀ ਚੜੀ ਸੀ, ਪ੍ਰਾਣ ਚੜੇ ਸੀ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਪ੍ਰਾਣ ਉਤਾਰੇ। ਤੇ ਇਹ ਕਹਿਣ ਲੱਗਾ, ਸਤਿਗੁਰਾਂ ਪੁੱਛਿਆ ਕੀ ਗੱਲ ਆ ਭਾਈ? ਇਹ ਕਹਿਣ ਲੱਗਾ ਭੂਤ ਬੋਲਿਆ, ਭੂਤ। ਸੋ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਬਚਨ ਉਚਾਰੇ, ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਹੋ ਭਇਆ ਦੀਵਾਨਾ ਸਾਹ ਕਾ ਨਾਨਕ ਬਉਰਾਨਾ। ਇਸ ਪ੍ਰਕਾਰ ਇਹ ਸ਼ਬਦ ਉਚਾਰ ਕੇ ਉਸ ਤੋਂ ਪਹਿਲਾਂ ਤ੍ਰਿਗ ਤਿਨਾਂ ਕਾ ਜੀਵਿਆ, ਜੇ ਲਿਖ ਲਿਖ ਵਿੱਚ ਹਿਨਾਓ, ਖੇਤੀ ਜਿਨ ਕੀ ਉਜੜੀ,
उजड़े खलवाड़े क्या थाओ। ਇਹ ਪਾਵਨ ਸ਼ਬਦ ਉਚਾਰ ਕੇ ਸਤਿਗੁਰੂ ਜੀ ਨੇ ਮੁੱਲਾਂ ਨੂੰ ਦੇ ਪ੍ਰਤੀ ਉਚਾਰਨ ਕੀਤਾ। ਸੋ ਇਸ ਤਰ੍ਹਾਂ ਜਿਹੜਾ ਮੁੱਲਾ ਆਇਆ ਸੀ, ਮੁੱਲਾਂ ਭੂਤ ਕੱਢਣ ਵਾਸਤੇ, ਉਹਨੂੰ ਮਹਾਰਾਜ ਨੇ ਤਾਰਤਾ। ਨਿੱਧੇ ਪੰਡਤ ਨੂੰ ਵੀ ਨਿਹਾਲ ਕਰਤਾ, ਸਾਰਿਆਂ ਨੂੰ। ਪਰਮਾਨੰਦ ਜੀ ਜੋ ਭਾਈਆ ਜੈ ਰਾਮ ਜੀ ਦੇ ਪਿਤਾ ਜੀ ਸੀ, ਉਹਨਾਂ ਨੂੰ ਵੀ ਨਿਹਾਲ ਕਰ ਦਿੱਤਾ। ਭਾਈਆ ਜੈ ਰਾਮ ਜੀ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ। ਇਸ ਪ੍ਰਕਾਰ ਗੁਰੂ ਕੇ ਪਿਆਰਿਓ ਸਾਰਿਆਂ ਨੂੰ ਗਰੀਬ ਨਵਾਜ ਜੀ ਨੇ ਨਿਹਾਲ ਕਰ ਦਿੱਤਾ। ਮਸਜਿਦ ਵਿੱਚ ਜਾਏ ਕਾਜੀ ਤੇ ਨਵਾਬ ਗੁਰ, ਦਿਲ ਨਾ ਟਿਕਾਏ ਕਹਿ ਕੀਤੇ ਐ ਹੈਰਾਨੀਏ। ਸੋ ਇੱਥੇ ਆ ਕਰਕੇ ਫਿਰ ਜਦੋਂ ਸਤਿਗੁਰੂ ਜੀ ਨੇ ਬਚਨ ਕਿਹਾ ਕਿ ਕੋਈ ਮੁਸਲਮਾਨ ਨਹੀਂ, ਕੋਈ ਹਿੰਦੂ ਨਹੀਂ, ਇਹ ਵਚਨ ਕਹਿਣ ਤੋਂ ਗੁਰੂ ਕੇ ਪਿਆਰਿਓ ਜਦੋਂ ਉਹਨੂੰ ਪਤਾ ਲੱਗਾ ਦੌਲਤ ਲੋਧੀ ਨੂੰ, ਇਹ ਨਵਾਬ ਕਹਿਣ ਲੱਗਾ ਕਿ ਆਓ ਫਿਰ ਮੇਰੇ ਨਾਲ ਜਾ ਕੇ ਮਸੀਤ ਵਿੱਚ ਨਿਵਾਜ਼ ਪੜ੍ਹੋ। ਮਹਾਰਾਜ ਕਹਿਣ ਲੱਗੇ ਚੱਲ। ਸੋ ਜਿੱਥੇ ਗੁਰਦੁਆਰਾ ਅੰਤਰਜਾਮਤਾ ਹੈ, ਉਸ ਸਥਾਨ ਤੇ ਉਹ ਮਸੀਤ ਅਜੇ ਵੀ ਗੁਰੂ ਕੇ ਪਿਆਰਿਓ ਸਥਾਨ ਸ਼ਹਿਰ ਦੇ ਵਿੱਚ ਹੈ। ਸਤਿਗੁਰੂ ਜੀ ਦਾ ਉਹ ਪਾਵਨ ਯਾਦਗਾਰੀ ਸਥਾਨ। ਇੱਥੇ ਕਾਜੀ ਤੇ ਦੌਲਤ ਖਾਂ ਮਸੀਤ ਵਿੱਚ ਨਾਲ ਸਤਿਗੁਰੂ ਜੀ ਨੂੰ ਲੈ ਕੇ ਨਵਾਜ਼ ਪੜ੍ਹਨ ਲੱਗ ਪਏ। ਲੋਕ ਬਹੁਤ ਇਕੱਠੇ ਹੋ ਗਏ ਕਿ ਅੱਜ ਨਾਨਕ ਜੀ ਨੂੰ ਦੌਲਤ ਖਾਂ ਨੇ ਮੁਸਲਮਾਨ ਬਣਾ ਲੈਣਾ, ਇਹਨਾਂ ਤੋਂ ਨਮਾਜ਼ ਪੜ੍ਹਾ ਲੈਣੀ ਆ। ਸੋ ਸਤਿਗੁਰੂ ਮਹਾਰਾਜ ਨਾਲ ਚਲੇ ਗਏ। ਇਹ ਦੌਲਤ ਖਾਨ ਤੇ ਕਾਜੀ ਜੋ ਸੀ, ਕਦੀ ਗੋਡਿਆਂ ਪਰਨੇ ਹੋਣ, ਕਦੀ ਥਾਂ ਨੂੰ ਸਿਰ ਲਾਉਣ, ਹੱਥ ਉੱਪਰ ਨੂੰ ਕਰਕੇ ਇਹ ਸਿਜਦੇ ਕਰਨ, ਕਦੀ ਸੋ ਆਪੋ ਆਪਣੇ ਇਹ ਸਮਾਂ ਇਹਨਾਂ ਨੇ ਪੂਰਾ ਕੀਤਾ। ਸੱਚੇ ਬਾਦਸ਼ਾਹ ਜੀ ਖੜੇ ਇਹਨਾਂ ਨੂੰ ਵੇਖਦੇ ਰਹੇ। ਜਦੋਂ ਇਹਨਾਂ ਦੀ ਨਮਾਜ਼ ਅਦਾ ਹੋ ਗਈ, ਕਹਿਣ ਲੱਗੇ ਮਹਾਰਾਜ ਤੁਸੀਂ ਸਾਡੇ ਨਾਲ ਨਮਾਜ਼ ਨਹੀਂ ਪੜ੍ਹੀ। ਸਤਿਗੁਰੂ ਜੀ ਕਹਿਣ ਲੱਗੇ ਤੁਸੀਂ ਵੀ ਨਹੀਂ ਪੜ੍ਹੀ ਭਾਈ। ਕਹਿਣ ਲੱਗੇ ਜੀ ਮੈਂ ਤੇ ਪੜ੍ਹੀ ਆ। ਦੌਲਤ ਖਾਨ ਕਹਿਣ ਲੱਗਾ ਜੀ ਮੈਂ ਹੁਣੇ ਇੱਥੇ ਪੜ੍ਹੀ ਆ। ਸਤਿਗੁਰੂ ਕਿਹਾ ਨਹੀਂ, ਤੂੰ ਸਰੀਰ ਦੀ ਕਸਰਤ ਕੀਤੀ ਆ, ਮਨ ਤੇਰਾ ਨਹੀਂ ਸੀ ਇੱਥੇ। ਮਨ ਤੇਰਾ ਜੋ ਸੀ ਉਹ ਕਾਬਲ ਦੇ ਵਿੱਚ ਘੋੜੇ ਖਰੀਦ ਰਿਹਾ ਸੀ। ਕਹਿਣ ਲੱਗਾ ਹਾਂਜੀ, ਸਮਝ ਆ ਗਈ ਕਿ ਸਤਿਗੁਰੂ ਜੀ ਅੰਤਰਜਾਮੀ ਆ। ਇਹਨੇ ਚਿਰ ਨੂੰ ਕਾਜੀ ਬੋਲਿਆ ਕਿ ਇਹਨਾਂ ਨਹੀਂ ਪੜ੍ਹੀ ਤੇ ਮੈਂ ਪੜ੍ਹੀ, ਮੇਰੇ ਨਾਲ ਪੜ੍ਹ ਲੈਂਦੇ। ਸਤਿਗੁਰੂ ਜੀ ਨੇ ਬਚਨ ਕੀਤਾ ਕਿ ਤੂੰ ਵੀ ਇੱਥੇ ਨਹੀਂ ਸੀ। ਤੇਰੇ ਘਰ ਵਿੱਚ ਜੋ ਘੋੜੀ ਸੂਈ ਹੈ ਨਾ, ਉਹਦਾ ਵਿਸ਼ੇਰਾ ਪਿੱਛੇ ਟੋਆ ਹੈ, ਉਹਦੇ ਵਿੱਚ ਨਾ ਡਿੱਗ ਪਏ ਖੱਡੇ ਦੇ ਵਿੱਚ, ਘੋੜੀ ਫਾਹ ਨਾ ਲੈ ਲਏ। ਤੇਰਾ ਮਨ ਇਸ ਪਾਸੇ ਲੱਗਾ ਹੋਇਆ ਸੀ। ਕਹਿਣ ਲੱਗਾ ਜੀ ਨਹੀਂ ਨਹੀਂ ਮੈਂ ਤਾਂ ਪੜ੍ਹੀ ਆ। ਇੰਨੇ ਚਿਰ ਨੂੰ ਨਵਾਬ ਬੋਲਿਆ, ਕਹਿਣ ਲੱਗਾ ਕਿ ਇਹ ਅੰਤਰਜਾਮੀ, ਇਹਨਾਂ ਨਾਲ ਝੂਠ ਨਾ ਬੋਲ, ਕੰਨ ਸਿੱਧਾ ਹੀ ਫੜ ਲਾ, ਜ਼ਰੂਰੀ ਪੁੱਠਾ ਹੋ ਕੇ ਫੜਨਾ ਹੀ। ਫਿਰ ਮੰਨਿਆ। ਇਸ ਪ੍ਰਕਾਰ ਕਾਜੀ ਨੂੰ ਤੇ ਦੌਲਤ ਖਾਨ ਨੂੰ, ਦੋਵਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਸੋ ਇਹਨਾਂ ਦੀ ਜੋ ਸੀ ਮਨ ਦੀ ਹਾਲਤ ਦੱਸ ਕੇ ਕਿ ਤੁਹਾਡਾ ਮਨ ਨਹੀਂ ਟਿਕਦਾ, ਜਦੋਂ ਇਹ ਦੱਸੀ ਤਾਂ ਹੈਰਾਨ ਹੋ ਗਏ। ਤੁਲਸਾਂ ਜੋ ਦਾਸੀ ਬੇਬੇ ਨਾਨਕੀ ਨਿਹਾਲ ਭਈ, ਭਾਈ ਮਰਦਾਨਾ ਰੱਖ ਲੀਨੋ ਸਦਾ ਸਾਥ ਹੈ। ਗੁਰੂ ਕੇ ਪ੍ਰੇਮੀਓ, ਜਦੋਂ ਇਸ ਪ੍ਰਕਾਰ ਇਹ ਅੰਤਰਜਾਮਤਾ ਵਾਲੇ ਸਤਿਗੁਰੂ ਜੀ ਦੀ ਸਾਖੀ ਜੋ ਦੌਲਤ ਖਾਨ ਦੇ ਨਾਲ ਹੋਈ ਨਾ, ਉਦੋਂ ਅੱਗੇ ਫਿਰ ਇਹਨੇ ਦੌਲਤ ਖਾਨ ਨੇ ਸਤਿਗੁਰੂ ਜੀ ਨੂੰ ਆਪਣਾ ਮੁਰਸ਼ਿਦ ਮੰਨ ਲਿਆ ਤੇ ਨਿਹਾਲ ਹੋ ਗਿਆ।
ਸੋ ਇਸੇ ਤਰ੍ਹਾਂ ਤੁਲਸਾ ਦਾਸੀ ਸਤਿਗੁਰੂ ਜੀ ਦੇ ਚਰਨਾਂ ਨੂੰ ਪਰਸ ਕੇ ਇਹ ਵੀ ਨਿਹਾਲ ਹੋਈ ਹੈ। ਸੋ ਭਾਈ ਮਰਦਾਨਾ ਜੀ ਨੂੰ ਸਤਿਗੁਰੂ ਜੀ ਨੇ ਆਪਣੇ ਨਾਲ ਹੀ ਰੱਖ ਲੈਣਾ ਕੀਤਾ। ਬਾਲਾ ਜੀ ਨਿਹਾਲ ਕਰ ਰੱਖਿਆ ਚਰਨ ਵਿੱਚ, ਫਿਰੰਦੇ ਨੇ ਰਬਾਬ ਭੇਟ ਕੀਤਾ ਜਗਨਾਥ ਹੈ। ਭਾਈ ਬਾਲਾ ਜੀ ਨੂੰ ਵੀ ਸਤਿਗੁਰੂ ਜੀ ਨੇ ਨਿਹਾਲ ਕਰਕੇ ਆਪਣੇ ਨਾਲ ਹੀ ਰੱਖਿਆ। ਭਾਈ ਫਿਰੰਦਾ ਜੋ ਹੈ ਰਬਾਬੀ, ਉਹਨੇ ਸੋ ਇਹ ਭੈਰੋਵਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਸਤੇ ਭਾਈ ਮਰਦਾਨਾ ਜੀ ਨੂੰ ਰਬਾਬ ਭੇਟਾ ਕਰ ਦਿੱਤੀ ਕਿ ਲੈ ਜਾਓ। ਸੋ ਇਸ ਪ੍ਰਕਾਰ ਸਾਰਿਆਂ ਨੂੰ ਸਤਿਗੁਰਾਂ ਨੇ ਨਿਹਾਲ ਕੀਤਾ ਹੈ। ਸ਼ਿਆਮਾ ਜੋ ਪੰਡਤ ਉਧਾਰ ਕੀਆ ਤਿਸ ਵਾਲਾ, ਕਬਰਾਂ ਦੇ ਮੁਰਦਿਆਂ ਨੂੰ ਕਰਤਾ ਸਨਾਤ ਹੈ। ਇਹ ਸ਼ਿਆਮਾ ਪੰਡਤ ਗਾਂ ਲੈ ਕੇ ਜਾ ਰਿਹਾ ਸੀ ਸੁਲਤਾਨਪੁਰ ਸਾਹਿਬ ਤੋਂ ਬਾਹਰ ਨੂੰ। ਸੋ ਗਾਂ ਲਈ ਆਉਂਦਾ ਸੀ ਤੇ ਪੁਲ ਤੇ ਆਇਆ, ਉੱਥੇ ਟੈਕਸ ਲਾਇਆ ਸੀ ਮੁਗਲਾਂ ਨੇ। ਟੈਕਸ ਦੇ ਵਿੱਚ ਕਹਿਣ ਲੱਗਾ ਕਿ ਗਊ ਤੂੰ ਲੈ ਕੇ ਚੱਲਿਆ, ਮੈਨੂੰ ਟੈਕਸ ਦੇ, ਇੰਨੇ ਟਕੇ ਦੇ। ਉਹ ਕਹਿਣ ਲੱਗਾ ਇਹ ਗਾਂ ਹੈ, ਮੇਰੇ ਪਾਸ ਇੰਨੇ ਪੈਸੇ ਨਹੀਂ, ਇਹ ਤਾਂ ਕਿਸੇ ਨੇ ਮੈਨੂੰ ਦਿੱਤੀ, ਮੈਂ ਲਈ ਆ ਰਿਹਾ, ਦਾਨ ਹੋਈ ਹੈ। ਇਸੇ ਗੱਲੋਂ ਉਹਨਾਂ ਝਗੜਾ ਹੋ ਗਿਆ। ਔਰ ਉਹ ਖੱਤਰੀ ਨੇ, ਉਹ ਜਿਹੜਾ ਪਹਿਰੇਦਾਰ ਸੀ ਨਾ ਟੈਕਸ ਲੈਣ ਵਾਲਾ, ਉਹ ਖੱਤਰੀ ਸੀ। ਗਾਂ ਨੇ ਇੰਨੇ ਚਿਰ ਨੂੰ ਗੋਬਰ ਕੀਤਾ ਤੇ ਜਦੋਂ ਫੋਰਸ ਕੀਤਾ ਤੇ ਉਹ ਗੋਬਰ ਚੁੱਕ ਕੇ ਛਤਰੀ ਨੇ ਜਾ ਕੇ ਤੇ ਉਹਨੇ ਮਲ ਲਿਆ, ਉਹਦਾ ਲੇਪਨ ਕਰ ਲਿਆ। ਲੇਪਨ ਕਰਨ ਤੋਂ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਇਹਨਾਂ ਦੀ ਹਾਲਤ ਵੇਖੀ, ਉੱਥੇ ਬਚਨ ਉਚਾਰਿਆ। ਆਸਾ ਜੀ ਦੀ ਵਾਰ ਦਾ ਇਹ ਸ਼ਲੋਕ, ਗਊ ਬ੍ਰਾਹਮਣ ਕਉ ਕਰ ਲਾਵੋ, ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੈ ਜਪਮਾਲੀ, ਧਾਨ ਮਲੇਛਾਂ ਖਾਈ, ਛੋਡੀਲੇ ਪਾਖੰਡਾ, ਨਾਮ ਲਿਆ ਜਾਹਿ ਤਰੰਦਾ। ਸੋ ਇਹ ਪਾਵਨ ਸ਼ਬਦ ਉਚਾਰ ਕਰਕੇ ਸ਼ਿਆਮੇ ਪੰਡਤ ਨੂੰ ਵੀ ਨਿਹਾਲ ਕੀਤਾ, ਉਸ ਖੱਤਰੀ ਨੂੰ ਵੀ ਸਤਿਗੁਰਾਂ ਨੇ ਨਿਹਾਲ ਕਰ ਦਿੱਤਾ। ਚਲੇ ਸੁਲਤਾਨਪੁਰੋਂ ਲਾਲੋ ਕਾ ਪਿਆਰ ਪਿਖ, ਭਾਗੋ ਤਾਈ ਝੂਠਾ ਕਰ, ਦੂਧ ਲਹੂ ਗਾਤ ਹੈ। ਔਰ ਮੁਰਦਿਆਂ ਨੂੰ ਸਨਾਥ, ਸਤਿਗੁਰੂ ਜਿਸ ਵੇਲੇ ਕਬਰਸਤਾਨ 'ਚ ਬੈਠੇ ਸੀ, ਜਿੰਨੇ ਵੀ ਸਤਿਗੁਰਾਂ ਦੇ ਚਰਨਾਂ ਨੂੰ ਮੁਰਦਿਆਂ ਦੀਆਂ ਹੱਡੀਆਂ ਲੱਗੀਆਂ ਛੂਹੀਆਂ, ਉਹ ਸਾਰੇ ਹੀ ਨਰਕਾਂ 'ਚੋਂ ਨਿਕਲ ਕੇ ਸਵਰਗਾਂ 'ਚ ਜਾ ਬੈਠੇ, ਬਕੁੰਠ 'ਚ ਜਾ ਬੈਠੇ। ਇਸ ਤਰ੍ਹਾਂ ਗੁਰੂ ਕੇ ਪਿਆਰਿਓ, ਧੰਨ ਗੁਰੂ ਗਰੀਬ ਨਵਾਜ ਜੀ ਨੇ ਮੁਰਦਿਆਂ ਦਾ ਵੀ ਉਧਾਰ ਕਰ ਦਿੱਤਾ ਅਤੇ ਸੁਲਤਾਨਪੁਰ ਤੋਂ ਮਹਾਰਾਜ ਜੀ ਫਿਰ ਚੱਲੇ। ਬਾਬਾ ਦੇਖਿਆ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦੇ ਸਿਆਈ, ਬਾਜੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਸਤਿਗੁਰੂ ਜੀ ਨੇ ਧਿਆਨ ਧਰ ਕੇ ਵੇਖਿਆ, ਸਾਰੀ ਦੁਨੀਆ ਹੀ, ਇਹ ਸਾਰੀ ਸ੍ਰਿਸ਼ਟੀ ਸੜ ਰਹੀ ਹੈ ਮਾਇਆ ਦੀ ਅੱਗ ਨਾਲ, ਈਰਖਾ ਨਾਲ ਸੜ ਰਹੇ ਆ। ਕਾਮ ਕ੍ਰੋਧ ਜਲੇ ਸਭ ਕੋਈ, ਕਾਮ ਕ੍ਰੋਧ ਨਾਲ ਸਾਰੇ ਚੱਲ ਰਹੇ ਹਨ, ਸੜ ਰਹੇ ਆ। ਸਤਿਗੁਰੂ ਗਰੀਬ ਨਵਾਜ ਜੀ ਨੇ ਗੁਰੂ ਕੇ ਪਿਆਰਿਓ ਫਿਰ ਭੇਖ ਬਣਾਇਆ, ਉਸ ਵੇਲੇ ਦੇ ਸਾਧੂਆਂ ਵਾਲਾ ਭੇਖ ਬਣਾ ਕੇ ਨਾ ਉਦਾਸੀ ਦੀ ਰੀਤ ਚਲਾਈ, ਉਦਾਸੀਆਂ ਕੀਤੀਆਂ। ਫਿਰ ਪ੍ਰਚਾਰ ਦੇ ਦੌਰੇ ਕੀਤੇ ਮਹਾਰਾਜ ਨੇ ਕਿ ਇਹਨਾਂ ਨੂੰ ਦੁਨੀਆ ਨੂੰ ਤਾਰ ਦਈਏ। ਦੁਨੀਆ 'ਚ ਨਿਯਮ ਹੈ ਕਿ ਜੇਕਰ ਪਿਆਸ ਲੱਗੀ ਆ ਤਾਂ ਪਿਆਸਾ ਖੂਹ ਦੇ ਪਾਸ ਜਾਂਦਾ, ਖੂਹ ਕਦੀ ਪਿਆਸੇ ਦੇ ਪਾਸ ਨਹੀਂ ਆਇਆ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਦਲ ਰੂਪ ਹੋ ਕਰਕੇ ਇਹ ਜਿਹੜੇ ਸਾਰੇ ਸੰਸਾਰ ਸੜ ਰਿਹਾ ਸੀ ਨਾ,
ਵੇਖੋ ਜਿਵੇਂ ਆ ਪਿੱਛੇ ਕਹਿੰਦੇ ਆਸਟ੍ਰੇਲੀਆ ਦੇ ਜੰਗਲਾਂ 'ਚ ਅੱਗ ਲੱਗੀ, ਬੜਾ ਉਹਨਾਂ ਯਤਨ ਕੀਤਾ ਪਰ ਸੈਂਕੜੇ ਉਹ ਕਿੱਲਿਆਂ 'ਚ ਮੀਲਾਂ 'ਚ ਫੈਲੀ ਜਿਹੜੀ ਅੱਗ ਸੀ ਉਹਨੂੰ ਬੁਝਾ ਨਹੀਂ ਸਕੇ। ਮੀਂਹ ਪੈਣ ਤੋਂ ਫਿਰ ਕਹਿੰਦੇ ਬੁਝਦੀ ਆ। ਇਸੇ ਤਰ੍ਹਾਂ ਇਹ ਜਿਹੜੀ ਅੱਗ ਸਾਰੇ ਪਾਸੇ ਫੈਲੀ ਸੀ ਨਾ, ਆ ਪਿੱਛੇ ਆਪਾਂ ਜ਼ਿਕਰ ਕੀਤਾ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੇ ਦੱਜੇ ਨਾਨਕਾ ਤਰੀਏ ਕਰਮੀ ਲੱਗ। ਇਹਨਾਂ ਅੱਗਾਂ ਦੇ ਨਾਲ ਸਾਰੇ ਕੋਈ ਸੜ ਰਹੇ ਸਨ। ਸਤਿਗੁਰੂ ਗਰੀਬ ਨਿਵਾਸ ਜੀ ਨੇ ਬੱਦਲ ਰੂਪ ਹੋ ਕਰਕੇ ਤੇ ਨਾਮ ਬਾਣੀ ਦਾ ਛਟਾ ਦੇਣ ਵਾਸਤੇ ਸਤਿਗੁਰੂ ਜੀ ਨੇ ਚੜ੍ਹਾਈ ਕੀਤੀ। ਫਿਰ ਉਥੋਂ ਸੁਲਤਾਨਪੁਰ ਸਾਹਿਬ ਤੋਂ ਉਦਾਸੀ ਦੀ ਰੀਤ ਚਲਾਈ। ਸਭ ਤੋਂ ਪਹਿਲੀ ਉਦਾਸੀ ਦਾ ਜੋ ਸੀ, ਜੋ ਪ੍ਰਚਾਰ ਦੌਰਾ, ਇਹ ਰੀਤ ਤੋਰੀ ਸਤਿਗੁਰਾਂ। ਔਰ ਸਭ ਤੋਂ ਪਹਿਲਾਂ ਮਹਾਰਾਜ ਜੀ ਭਾਈ ਲਾਲੋ ਜੀ ਦੇ ਪਾਸ ਏਮਨਾਬਾਦ ਪਹੁੰਚੇ। ਪਹਿਲਾ ਪੜਾਅ ਸਤਿਗੁਰਾਂ ਨੇ ਇੱਥੇ ਕੀਤਾ। ਹਾਂਜੀ, ਆਏ ਨਨਕਾਣੇ ਗੁਰ ਕੀਰਤ ਵਿਸਾਲ ਜਿਸ, ਰਾਏ ਬੁਲਾਰ ਪ੍ਰੇਮੀ ਕੀਤਾ ਬ੍ਰਹਮ ਗਿਆਨ ਹੈ। ਔਰ ਇਸ ਪ੍ਰਕਾਰ ਭਾਈ ਲਾਲੋ ਨੂੰ ਨਿਹਾਲ ਕੀਤਾ। ਉਹਦੇ ਪਾਸ ਰਹੇ ਮਹਾਰਾਜ। ਭਾਈ ਲਾਲੋ ਦੀਆਂ ਕੋਦਰੇ ਦਾ ਜੋ ਪ੍ਰਸਾਦੇ ਸੀ ਨਾ, ਸੁੱਕੇ ਪ੍ਰਸਾਦੇ, ਮਿੱਸੇ ਰੁੱਖੇ ਪ੍ਰਸਾਦੇ, ਜਿਹੜੇ ਪ੍ਰਸਾਦੇ ਚੋਪੜੇ ਨਾ ਹੋਣ ਨੂੰ ਰੁੱਖੇ ਕਹਿੰਦੇ ਆ, ਰੁੱਖਾ ਭੋਜਨ ਮਹਾਰਾਜ ਜੀ ਨੇ ਉਹਦਾ ਪ੍ਰਵਾਨ ਕੀਤਾ। ਇੱਥੇ ਰਹਿੰਦਿਆਂ ਇੱਥੋਂ ਦਾ ਜੋ ਹਾਕਮ ਸੀ ਭਾਗੋ, ਜਿਹਦਾ ਮਲਕ ਖਿਤਾਬ ਸੀ, ਉਹ ਮਲਕ ਭਾਗੋ, ਉਹਨੇ ਬ੍ਰਹਮ ਭੋਜ ਕੀਤਾ। ਸਾਰੇ ਉੱਥੇ ਪੰਡਤਾਂ ਨੂੰ ਸੱਦਿਆ, ਬਾਹਮਣਾਂ ਨੂੰ ਸੱਦਿਆ। ਸਾਡੇ ਵਰਗੇ ਵਿਚਾਰੇ, ਸਾਡੇ ਵਰਗੇ ਤੋਂ ਭਾਵ ਇਹ ਕਿ ਉਹ ਜਿਹੜੇ ਧਾਰਮਿਕ ਆਗੂ ਬਣੇ ਸੀ ਜਾਂ ਧਾਰਮਿਕ ਕਹਾਉਣ ਵਾਲੇ ਵਿਅਕਤੀ, ਸਾਰੇ ਹੀ ਪਹੁੰਚੇ ਕਿ ਬ੍ਰਹਮ ਭੋਜ ਕੀਤਾ ਹੈ, ਆਓ ਛਕੀਏ ਜਾ ਕੇ। ਖੀਰ ਪੂੜੇ ਤੇ ਇਹ ਜੋ ਬ੍ਰਹਮ ਭੋਜ ਸਾਰਿਆਂ ਛਕਣਾ ਕੀਤਾ। ਉਹਦਾ ਸੁਨੇਹਾ ਹੁੰਦਾ ਸੀ ਕਿ ਕੋਈ ਵੀ ਅੱਜ ਦੇ ਦਿਨ ਰੋਟੀ ਨਾ ਪਕਾਵੇ, ਸਾਰੇ ਇੱਥੋਂ ਆ ਕੇ ਛਕੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵੀ ਸੁਨੇਹਾ ਭੇਜਿਆ, ਪਰ ਸਤਿਗੁਰੂ ਜੀ ਨਾ ਗਏ। ਉਹਨੇ ਗੁੱਸੇ ਵਿੱਚ, ਬਾਹਮਣਾ ਨੇ ਉਹਦੇ ਪਾਸ ਚੁਗਲੀ ਲਾਈ ਕਿ ਨਾਨਕ ਦਾ ਵਾ ਨਹੀਂ ਆਇਆ। ਫਿਰ ਉਹਨੇ ਆਪਣੇ ਆਦਮੀਆਂ ਨੂੰ ਭੇਜਿਆ ਕਿ ਉਹਨਾਂ ਨੂੰ ਬੰਨ੍ਹ ਕੇ ਲੈ ਕੇ ਆਓ, ਜੇ ਨਹੀਂ ਆਉਂਦੇ ਤਾਂ। ਜਦੋਂ ਇਹਦੇ ਆਦਮੀ ਸਤਿਗੁਰਾਂ ਦੇ ਪਾਸ ਆਏ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਲ ਜਾਣਾ ਕੀਤਾ। ਕਹਿਣ ਲੱਗੇ ਕਿ ਮਲਕ ਤੁਹਾਨੂੰ ਜ਼ਰੂਰ ਸਾਦਾ ਹੈ, ਜ਼ਰੂਰ ਪਹੁੰਚੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਦੇ ਪਾਸ ਗਏ। ਕਹਿਣ ਲੱਗਾ ਜੀ ਤੁਸੀਂ ਮੇਰੇ ਇਹ ਬ੍ਰਹਮ ਭੋਜ ਨੂੰ ਕਿਉਂ ਨਹੀਂ ਆ ਕੇ ਛਕੜਾ ਕੀਤਾ, ਤੁਸੀਂ ਕਿਉਂ ਨਹੀਂ ਆਏ, ਮੇਰੀ ਨਰਾਦਰੀ ਹੋਈ ਹੈ। ਮਹਾਰਾਜ ਕਹਿਣ ਲੱਗੇ ਅਸੀਂ ਪ੍ਰਸ਼ਾਦਾ ਛਕ ਰਹੇ ਹਾਂ, ਉੱਥੇ ਸਾਨੂੰ ਕੋਈ ਲੋੜ ਨਹੀਂ। ਕਹਿਣ ਲੱਗਾ ਜੀ ਉਹਦੇ 'ਚ ਤੇ ਇਹਦੇ 'ਚ ਕੀ ਫਰਕ ਹੈ। ਸਤਿਗੁਰੂ ਜੀ ਨੇ ਭਾਈ ਲਾਲੋ ਨੂੰ ਭੇਜਿਆ ਕਿ ਜਾ ਸੁੱਕਾ ਜੋ ਕੋਧਰੇ ਦਾ ਪ੍ਰਸ਼ਾਦਾ ਕੋਈ ਤੇਰਾ ਬਚਿਆ ਉਹ ਲੈ ਕੇ ਆ। ਇੱਕ ਹੱਥ ਵਿੱਚ ਇਹਦਾ ਜੋ ਪਰੋਸਿਆ ਹੋਇਆ ਥਾਲ, ਉਹਦੇ ਵਿੱਚੋਂ ਪੂੜੀਆਂ ਪਕੜ ਕਰਕੇ ਸਤਿਗੁਰੂ ਜੀ ਨੇ ਘੁੱਟਿਆ। ਦੂਜੇ ਹੱਥ ਵਿੱਚ ਉਹਦੇ ਭਾਈ ਲਾਲੋ ਜੀ ਦੇ ਮਿਹਨਤ ਦਾ ਬਕਾਇਆ ਹੋਇਆ ਕੋਧਰੇ ਦਾ ਪ੍ਰਸ਼ਾਦਾ ਸ੍ਰੀ ਸਤਿਗੁਰੂ ਜੀ ਨੇ ਇਸ ਪ੍ਰਕਾਰ ਜਿਵੇਂ ਨਿੰਬੂ ਨਿਚੋੜੀ ਦੇ ਦੋਵਾਂ ਹੱਥਾਂ ਦੇ ਨਾਲ ਸਤਿਗੁਰਾਂ ਨੇ ਇਹਨਾਂ ਨੂੰ ਘੁੱਟਣਾ ਕੀਤਾ। ਗੁਰੂ ਕੇ ਪਿਆਰਿਓ, ਭਾਈ ਲਾਲੋ ਜੀ ਦੇ ਕੋਧਰੇ ਦੇ ਪ੍ਰਸ਼ਾਦੇ ਵਿੱਚੋਂ ਦੁੱਧ ਦੀਆਂ ਧਾਰਾਂ ਵਹੀਆਂ ਤੇ ਮਲਕ ਭਾਗੋ ਦੇ ਉਹ ਪੂੜਿਆਂ ਦੇ ਵਿੱਚੋਂ ਲਹੂ। ਸਤਿਗੁਰੂ ਗਰੀਬ ਨਿਵਾਸ ਜੀ ਨੇ ਕਿਹਾ ਕਿ ਇਹ ਵੇਖ, ਤੂੰ ਗਰੀਬਾਂ ਦਾ ਖੂਨ ਨਿਚੋੜ ਕਰਕੇ ਉਹਨਾਂ ਦੀ ਹੱਕ ਸੱਚ ਦੀ ਮਿਹਨਤ ਦੀ ਕਮਾਈ ਨੂੰ ਜੋ ਜ਼ਬਰਦਸਤੀ
ਲੈ ਕਰਕੇ ਮਾਰ ਕਰਕੇ ਔਰ ਤੂੰ ਬ੍ਰਹਮ ਭੋਜ ਕਰਦਾ ਫਿਰਦਾ। ਸੋ ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੇ ਉੱਥੇ ਮਲਕ ਭਾਗੋ ਦੇ ਤਾਈਂ ਝੂਠਾ ਕਰਕੇ ਇਹ ਲਹੂ ਦੁੱਧ ਨਿਚੋੜ ਕੇ ਜੋ ਵਿਖਾਇਆ, ਇਹ ਗਾਥਾ ਹੈ। ਆਏ ਨਨਕਾਣੇ ਗੁਰ ਕੀਰਤ ਵਿਸਾਲ ਜਿਸ, ਰਾਏ ਬੁਲਾਰ ਪ੍ਰੇਮੀ ਕੀਤਾ ਬ੍ਰਹਮ ਗਿਆਨ ਹੈ। ਫਿਰ ਗਰੀਬ ਨਵਾਜ ਜੀ ਨਨਕਾਣਾ ਸਾਹਿਬ ਆਏ। ਰਾਏ ਭੋਜ ਦੀ ਤਲਵੰਡੀ ਪਹਿਲਾ ਨਾਮ ਸੀ ਇਹਦਾ। ਸਤਿਗੁਰੂ ਗਰੀਬ ਨਵਾਜ ਜੀ ਦੇ ਅਵਤਾਰ ਤੋਂ ਇਹਦਾ ਨਾਮ ਨਨਕਾਣਾ ਸਾਹਿਬ ਪਿਆ ਹੈ। ਨਨਕਾਣਾ ਸਾਹਿਬ ਸਤਿਗੁਰੂ ਜੀ ਆਏ, ਜਿਨ੍ਹਾਂ ਦੀ ਬਹੁਤ ਭਾਰੀ ਕੀਰਤੀ ਸ੍ਰੇਸ਼ਟ ਜਸ ਸੰਸਾਰ ਵਿੱਚ ਫੈਲਿਆ ਹੈ। ਔਰ ਰਾਏ ਬੁਲਾਰ ਨੂੰ ਪ੍ਰੇਮੀ ਵੇਖ ਕੇ ਸਤਿਗੁਰੂ ਜੀ ਨੇ ਉਹਨੂੰ ਬ੍ਰਹਮ ਗਿਆਨ ਬਖਸ਼ਿਸ਼ ਕੀਤਾ। ਮਾਤ ਪਿਤ ਧੀਰਜ ਦੇ ਦਾਸੀ ਨੂੰ ਦੀਵਾਨੀ ਕਹਿ, ਲਾਲੋ ਕੇ ਰਹੇ ਆਏ ਕਰਣਾ ਨਿਧਾਨ ਹੈ। ਮਾਤਾ ਪਿਤਾ ਨੂੰ ਧੀਰਜ ਦਿੱਤੀ ਹੈ ਅਤੇ ਗੁਰੂ ਕੇ ਪਿਆਰਿਓ ਦਾਸੀ ਜੋ ਸੀ ਨਾ, ਉਹਨੂੰ ਦੀਵਾਨੀ ਬਚਨ ਕਹਿਤਾ। ਮਾਤਾ ਜੀ ਨੇ ਤੁਲਸਾ ਨੂੰ ਭੇਜਿਆ ਕਿ ਜਾਓ ਸਤਿਗੁਰੂ ਜੀ ਨੂੰ ਬੁਲਾਓ, ਪ੍ਰਸ਼ਾਦਾ ਗਰਮ ਗਰਮ ਛਕ ਲੈਣ, ਮੈਂ ਆਪਣੇ ਹੱਥੀਂ ਆਪਣੇ ਸੁਪੁੱਤਰ ਨੂੰ ਪ੍ਰਸ਼ਾਦਾ ਛਕਾਵਾਂ। ਬਹੁਤ ਚਿਰਾਂ ਬਾਅਦ ਆਏ ਹਨ। ਗੁਰੂ ਕੇ ਪਿਆਰਿਓ ਤੁਲਸਾ ਦਾਸੀ ਆਈ, ਸਤਿਕਾਰ ਨਾਲ ਸਤਿਗੁਰੂ ਜੀ ਪਾਸ ਖੜੀ ਹੋ ਗਈ, ਸਤਿਗੁਰੂ ਜੀ ਨੂੰ ਬਿਰਾਜੇ ਜਾਣਿਆ ਔਰ ਪ੍ਰੇਮ ਦੇ ਵਿੱਚ ਮਗਨ ਹੋ ਕੇ ਸਤਿਗੁਰਾਂ ਦੇ ਚਰਨਾਂ ਤੋਂ ਹਿਲਾ ਕੇ ਉਠਾਉਣ ਦਾ ਯਤਨ ਕੀਤਾ। ਸਤਿਗੁਰੂ ਜੀ ਦੇ ਚਰਨ ਦਾ ਅੰਗੂਠਾ ਨੰਗਾ ਸੀ, ਇਹਦੇ ਮਨ 'ਚ ਸ਼ਰਧਾ ਜਾਗੀ, ਇਹਨੇ ਸਤਿਗੁਰਾਂ ਦੇ ਚਰਨਾਂ ਨੂੰ ਚੁੰਮਿਆ। ਇਹਨੂੰ ਉਸੇ ਵੇਲੇ ਇਤਿਹਾਸ 'ਚ ਲਿਖਿਆ ਕਿ ਤਰਲੋਕੀ ਦੀ ਸੋਝੀ ਹੋ ਗਈ। ਇਹਨੇ ਜਾ ਕੇ ਵੇਖਿਆ ਕਿ ਸਤਿਗੁਰੂ ਤਾਂ ਦੂਜਾ ਰੂਪ ਧਾਰ ਕੇ ਤੇ ਸਮੁੰਦਰ 'ਚ ਜੋ ਆਪਣੇ ਸਿੱਖ ਦਾ ਡੁੱਬਦਾ ਬੇੜਾ ਤਾਰ ਰਹੇ ਆ, ਬੰਨੇ ਲਾ ਰਹੇ ਆ ਕੇ ਇਹ ਜਰ ਨਾ ਸਕੀ ਅਜਰ ਅਵਸਥਾ ਨੂੰ। ਆ ਕੇ ਕਹਿਣ ਲੱਗੀ ਜੀ ਮਹਾਰਾਜ ਤਾਂ ਫਲਾਣੇ ਥਾਂ ਤੇ ਜਦੋਂ ਆਉਣਗੇ ਮੈਂ ਬੁਲਾ ਲਿਆਵਾਂਗੀ। ਮਾਤਾ ਜੀ ਦੇ ਹੁਣ ਮੋਹ ਦੀ ਕਨਾਤ ਸਤਿਗੁਰਾਂ ਨੇ ਤਾਣੀ ਸੀ। ਮਾਤਾ ਜੀ ਤੱਕ ਇਹੋ ਜਾਣਦੀ ਸੀ ਕਿ ਮੇਰਾ ਪੁੱਤਰ ਆ। ਮਾਤਾ ਜੀ ਨੇ ਉਸ ਵੇਲੇ ਜਾਣਿਆ ਕਿ ਹੁਣ ਇਹ ਦਾਸੀ ਵੀ ਮਖੌਲ ਕਰਦੀ ਹੈ। ਪਹਿਲਾਂ ਤੇ ਬਾਕੀ ਬਰਾਦਰੀ ਦੇ ਲੋਕ ਮਖੌਲ ਕਰਦੇ ਸੀ ਕਿ ਤੁਹਾਡਾ ਮੁੰਡਾ ਫਕੀਰ ਹੋ ਗਿਆ, ਸਾਧੂ ਬਣ ਗਿਆ। ਗੁਰੂ ਕੇ ਪਿਆਰਿਓ ਅੱਜ ਵੀ ਕਈ ਜਿਹੜੇ ਆ ਨਾ ਚੰਗੇ ਕਰਮਾਂ ਵਾਲੇ, ਵੱਡੇ ਭਾਗਾਂ ਵਾਲੇ, ਉਹ ਬੱਚੇ ਚਾਹੁੰਦੇ ਆ ਕਿ ਅਸੀਂ ਗੁਰੂ ਘਰ ਵਿੱਚੋਂ ਬ੍ਰਹਮ ਵਿਦਿਆ ਪ੍ਰਾਪਤ ਕਰ ਲਈਏ, ਗੁਰਬਾਣੀ ਦਾ ਗਿਆਨ ਪ੍ਰਾਪਤ ਕਰ ਲਈਏ। ਪਰ ਮਾਂ ਪਿਓ ਕਹਿੰਦੇ ਨਾ ਨਾ ਤੂੰ ਕਿਤੇ ਸਾਧ ਨਾ ਬਣ ਜੀ। ਉਹ ਸਾਨੂੰ ਲੋਕ ਮਖੌਲ ਕਰਦੇ ਆ ਕਿ ਤੁਹਾਡਾ ਮੁੰਡਾ ਉੱਥੇ ਸਾਧੂਆਂ ਕੋਲ ਚਲ ਗਿਆ, ਉੱਥੇ ਗੁਰੂ ਘਰ ਜਾ ਕੇ ਸੇਵਾ ਕਰਦਾ। ਕਈ ਇਹੋ ਜਿਹੇ ਖਿਆਲ ਵਾਲੇ ਹੁੰਦੇ ਆ। ਮਾਤਾ ਜੀ ਨੂੰ ਸੋਚਿਆ ਕਿ ਅੱਗੇ ਲੋਕ ਮਖੌਲ ਕਰਦੇ ਆ ਤੇ ਹੁਣ ਅੱਜ ਇਹਦਾ ਦਾਸੀ ਵੀ ਟੀਚਰਾਂ ਕਰਨ ਲੱਗ ਪਈ। ਜਾ ਕੇ ਛੇਤੀ ਨਾਲ ਸਤਿਗੁਰੂ ਜੀ ਨੂੰ ਉਠਾਇਆ ਤੇ ਕਿਹਾ ਕਿ ਵੇਖੋ ਤੁਹਾਡੀ ਹੁਣ ਤਾਂ ਅੱਜ ਦਾਸੀ ਵੀ ਟੀਚਰਾਂ ਕਰਨ ਲੱਗ ਪਈ, ਲੋਕ ਤਾਂ ਪਹਿਲਾਂ ਕਰਦੇ ਸੀ। ਉਹ ਕਹਿੰਦੀ ਕਿ ਮਹਾਰਾਜ ਬੀੜਾ ਬੰਨੇ ਲਾਉਣਗੇ, ਜਦੋਂ ਆਉਣਗੇ ਠਾਉਂਗੀ। ਤਾਂ ਸਤਿਗੁਰਾਂ ਨੇ ਸਹਿਜ ਸੁਭਾਏ ਬਚਨ ਕੀਤਾ। ਮਹਾਰਾਜ ਕਹਿਣ ਲੱਗੇ ਮਾਤਾ ਉਹ ਤਾਂ ਕਮਲੀ ਆ, ਦੀਵਾਨੀ ਆ। ਉਹ ਕਮਲੀ ਕਹਿਣ ਤੋਂ ਜਾਂ ਪਾਗਲ ਕਹਿਣ ਤੋਂ ਉਹ ਫਿਰ ਬਾਹਰੋਂ ਤਾਂ ਪਾਗਲ ਹੋ ਗਈ ਪਰ ਅੰਦਰ ਉਹਨੂੰ ਸੁੱਧ ਰਹੀ, ਗਿਆਨ ਉਹਦਾ ਬਰਕਰਾਰ ਰਿਹਾ। ਇਸ ਉਹ ਬਚਨ ਇੱਥੇ ਕਵੀ ਜੀ ਲਿਖ ਰਹੇ ਹਨ ਕਿ ਦਾਸੀ ਨੂੰ ਦੀਵਾਨੀ ਕਹਿ, ਦਾਸੀ ਨੂੰ ਦੀਵਾਨੀ ਕਹਿ ਕੇ ਤੇ ਇਸ ਪ੍ਰਕਾਰ ਇਹ ਮਾਤਾ ਪਿਤਾ ਨੂੰ ਧੀਰਜ ਦਿੱਤੀ, ਦਾਸੀ ਵੀ ਨਿਹਾਲ ਕਰਤੀ। ਸੋ ਲਾਲੋ ਕੇ ਰਹੇ ਭਾਈ ਲਾਲੂ ਜੀ ਜੋ ਸਤਿਗੁਰੂ ਜੀ ਦਾ, ਸੋ ਲਾਲੋ ਕੇ ਰਹੇ ਆਏ ਕਰੁਣਾ ਨਿਧਾਨ ਹੈ। ਭਾਈ ਲਾਲੋ ਦੇ ਆ ਕੇ ਸਤਿਗੁਰੂ ਜੀ ਕਿਰਪਾ ਦੇ ਖਜ਼ਾਨੇ ਨੇ ਰਹਿਣਾ ਕੀਤਾ ਹੈ।
ਮਨ ਸੁਖ ਬੇੜਾ ਕੀਆ ਪਾਰ ਗੁਰਦੇਵ ਨਿਜ, ਰਾਜਾ ਸ਼ਿਵ ਨਾਭ ਪ੍ਰੇਮ ਹੋਆ ਗਲਤਾਨ ਹੈ। ਮਨ ਸੁਖ ਦਾ ਬੇੜਾ ਸਤਿਗੁਰੂ ਜੀ ਨੇ ਪਾਰ ਕਰ ਦਿੱਤਾ ਆਪਣਾ ਸੇਵਕ ਜਾਣ ਕੇ। ਔਰ ਸ਼ਿਵ ਨਾਭ ਰਾਜਾ ਮਹਾਰਾਜ ਦੇ ਪ੍ਰੇਮ ਵਿੱਚ ਗਲਤਾਨ ਹੋ ਗਿਆ। ਜਦੋਂ ਮਨ ਸੁਖ ਸਾਹੂਕਾਰ ਸੋ ਸੰਗਲਾ ਦੀਪ ਗਿਆ ਤੇ ਭਾਈ ਮਨ ਸੁਖ ਨੇ ਇਹ ਰਾਜਾ ਜੋ ਸੀ ਅਸ਼ਟਮੀ ਜਨਮ ਅਸ਼ਟਮੀ ਵਾਲੇ ਦਿਨ ਸਾਰਿਆਂ ਨੂੰ ਕਹਿੰਦਾ ਸੀ ਕਿ ਵਰਤ ਰੱਖੋ, ਕੋਈ ਵੀ ਅੱਗ ਨਾ ਬਾਲੇ। ਪਰ ਭਾਈ ਮਨ ਸੁਖ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ, ਆਪਣਾ ਨਿਤਨੇਮ ਕੀਤਾ, ਫਿਰ ਅੱਗ ਬਾਲੀ, ਭੋਜਨ ਆਪ ਬਣਾ ਛਕਿਆ, ਹੋਰ ਜਿਹੜੇ ਆਏ ਉਹਨਾਂ ਨੂੰ ਛਕਾਇਆ। ਰਾਜੇ ਪਾਸ ਸ਼ਿਕਾਇਤ ਲੱਗ ਗਈ। ਰਾਜੇ ਨੇ ਪੁੱਛਿਆ ਤੂੰ ਕੌਣ ਹੈ, ਤੇਰਾ ਕੌਣ ਗੁਰੂ ਹੈ? ਚਰਚਾ ਕੀਤੀ। ਭਾਈ ਮਨ ਸੁਖ ਸ਼ਾਹੂਕਾਰ ਨੇ ਉਹਨੂੰ ਸਾਰਾ ਸਮਝਾਇਆ ਕਿ ਇਸ਼ਨਾਨ ਦਾ ਬੜਾ ਮਹੱਤਵ ਹੈ। ਅੰਮ੍ਰਿਤ ਵੇਲੇ ਜੋ ਸਵਾ ਪਹਿਰ ਤੜਕੇ ਇਸ਼ਨਾਨ ਕਰਦਾ ਉਹਨੂੰ ਸਵਾ ਭਾਰ ਸੋਨਾ ਦਾਨ ਕਰਨ ਦਾ ਫਲ ਮਿਲਦਾ। ਜਿਹੜਾ ਹੋਰ 2 ਘੜੀਆਂ ਲੇਟ ਕਰਦਾ ਉਹਨੂੰ ਚਾਂਦੀ ਦਾਨ ਕਰਨ ਦਾ ਫਲ ਮਿਲਦਾ। ਜਿਹੜਾ ਹੋਰ 2 ਘੜੀਆਂ ਲੇਟ ਕਰਦਾ ਇਸ਼ਨਾਨ ਉਹਨੂੰ ਤਾਂਬਾ ਦਾਨ ਕਰਨ ਦਾ ਮਿਲਦਾ। ਜਿਹੜਾ ਹੋਰ 2 ਘੜੀਆਂ ਲੇਟ ਕਰਦਾ ਉਹਨੂੰ 100 ਮਣ ਦੁੱਧ ਦਾਨ ਕਰਨ ਦਾ ਫਲ ਮਿਲਦਾ। ਤੇ ਜਿਹੜਾ ਦਿਨ ਚੜ੍ਹੇ ਕਰਦਾ ਨਾ ਉਹਦਾ ਸਿਰਫ ਸਰੀਰ ਹੀ ਨਿਰਮਲ ਹੁੰਦਾ, ਮੈਲ ਲੱਥਦੀ ਆ, ਉਹਨੂੰ ਫਲ ਹੋਰ ਨਹੀਂ ਕੋਈ। ਸੋ ਇਸ ਪ੍ਰਕਾਰ ਭਾਈ ਮਨ ਸੁਖ ਸ਼ਾਹੂਕਾਰ ਨੇ ਉਹਨੂੰ ਸਿੱਖਿਆ ਦਿੱਤੀ। ਉਹ ਕਹਿਣ ਲੱਗਾ ਤੁਹਾਡਾ ਗੁਰੂ ਕੌਣ ਹੈ? ਦੱਸਿਆ ਅੰਤਰਜਾਮੀ ਸਤਿਗੁਰੂ ਨਾਨਕ ਦੇਵ ਜੀ, ਪੂਰੇ ਸਤਿਗੁਰੂ। ਕਹਿਣ ਲੱਗਾ ਮੈਨੂੰ ਦਰਸ਼ਨ ਕਰਾਓ। ਭਾਈ ਮਨ ਸੁਖ ਸ਼ਾਹੂਕਾਰ ਨੇ ਕਿਹਾ ਕਿ ਉਹ ਪਤਾ ਨਹੀਂ ਹੁਣ ਇਹ ਵੇਲੇ ਕਿੱਥੇ ਦੁਨੀਆ ਨੂੰ ਤਾਰਦੇ ਸਤਿਗੁਰੂ ਵਿਚਰ ਰਹੇ ਹੋਣਗੇ। ਤੂੰ ਸਤਿਗੁਰੂ ਜੀ ਨੂੰ ਯਾਦ ਕਰ, ਇੱਥੇ ਧਰਮਸ਼ਾਲਾ ਬਣਾ, ਇੱਥੇ ਆ ਕੇ ਤੈਨੂੰ ਦਰਸ਼ਨ ਦੇ ਦੇਣਗੇ। ਇਸ ਤਰ੍ਹਾਂ ਮਨ ਸੁਖ ਸ਼ਾਹੂਕਾਰ ਦੇ ਆਖੇ ਲੱਗ ਕੇ ਰਾਜਾ ਧਰਮਸ਼ਾਲਾ ਬਣਾ ਕੇ ਤੇ ਉਡੀਕਣ ਲੱਗ ਪਿਆ। ਪਖੰਡੀ ਲੋਕ ਉਹ ਜਾਣਦੇ ਕਿ ਗੁਰੂ ਨਾਨਕ ਦੇਵ ਮਹਾਰਾਜ ਦਾ ਇਹ ਸ਼ਰਧਾਲੂ ਆ ਰਾਜਾ। ਉਹ 3 ਜਿਹੜੇ ਆਦਮੀ ਜਾ ਕੇ ਨਾ, ਇੱਕ ਗੁਰੂ ਨਾਨਕ ਸਾਹਿਬ ਬਣ ਜਾਏ ਤੇ 2 ਭਾਈ ਬਾਲਾ ਤੇ ਮਰਦਾਨਾ, ਤੇ ਰਾਜੇ ਕੋਲੋਂ ਸੇਵਾ ਕਰਾਉਣ, ਪੂਜਾ ਕਰਾਉਣ ਚਲੇ ਜਾਇਆ ਕਰਨ। ਜਦੋਂ ਰਾਜਾ ਪਰਖ ਕਰਿਆ ਕਰੇ ਤੇ ਸਾਰੇ ਇਹ 7 ਦੇ ਕੱਚੇ ਨਿਕਲਿਆ ਕਰਨ। ਰਾਜਾ ਬੜਾ ਦੁਖੀ ਹੋਇਆ ਇਹਨਾਂ ਖੰਡੀਆਂ ਤੋਂ। ਹੁਣ ਜਿਹੜਾ ਵੀ ਆਵੇ ਪਹਿਲਾਂ ਉਹਦੀ ਪਰਖ ਕਰਨ ਵਾਸਤੇ ਭੇਜ ਦਿਆ ਕਰੇ ਪਦਮਨੀਆਂ ਨੂੰ, ਸਾਰੇ ਡੋਲ ਜਿਆ ਕਰਨ। ਇਹ ਭਜਨ ਲਿਖਿਆ ਇੱਥੇ ਕਵੀ ਜੀ ਨੇ ਕਿ ਰਾਜਾ ਜੋ ਹੈ ਸਤਿਗੁਰੂ ਜੀ ਦੇ ਪ੍ਰੇਮ ਦੇ ਵਿੱਚ ਗਲਤਾਨ ਹੋ ਗਿਆ, ਮਗਨ ਹੋ ਗਿਆ। ਦਾਸ ਸੀ ਉਮੇਦਾ ਤਿਸ ਕਰਤੇ ਨਿਹਾਲ ਚਲੇ, ਭਾਈ ਮਰਦਾਨਾ ਭਾਈ ਬਾਲਾ ਸੰਗ ਜਾਨ ਹੈ। ਜੋ ਸੇਵਕ ਸੀ ਨਾ ਰਾਏ ਬੁਲਾਰ ਦਾ ਉਮੇਦਾ, ਇਹ ਗੁਰੂ ਮਹਾਰਾਜ ਦਾ ਬੜਾ ਪ੍ਰੇਮੀ ਸੀ। ਸਤਿਗੁਰੂ ਜੀ ਨੇ ਇਹਨੂੰ ਵੀ ਨਿਹਾਲ ਕਰ ਦਿੱਤਾ। ਔਰ ਭਾਈ ਮਰਦਾਨਾ ਤੇ ਬਾਲਾ ਸਤਿਗੁਰੂ ਜੀ ਦੇ ਨਾਲ ਚੱਲੇ ਹਨ। ਸੋ ਸਵਾ ਭਾਈ ਕਾਫੀ ਹੋ ਗਿਆ, ਇਸ ਕਰਕੇ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ। ਸ਼ਾਮ ਨੂੰ ਵੀ ਗੁਰੂ ਕੇ ਪਿਆਰੋ ਇਹੀ ਇਤਿਹਾਸ ਦੀ ਜੋ ਹੈ ਕਥਾ ਹੋਵੇਗੀ। ਕੱਲ ਨੂੰ ਵੀ ਇਹੀ ਅੰਮ੍ਰਿਤ ਵੇਲੇ ਕਥਾ ਹੋਵੇਗੀ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਕੌਤਕ ਆਪਾਂ ਜੋ ਇਹ ਮਹਾਂਪੁਰਖਾਂ ਨੇ ਇਸ ਪਾਵਨ ਇਤਿਹਾਸ ਵਿੱਚ ਲਿਖੇ ਹਨ, ਇਹ ਕਥਾ ਜੋ ਆਪਾਂ ਸੱਚੇ ਪਾਤਸ਼ਾਹ ਜੀ ਦੀ ਸੰਪੂਰਨ ਕਰਨ ਦਾ ਯਤਨ ਕਰਾਂਗੇ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਹਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ। ਸਤਿਗੁਰੂ ਕਿਰਪਾ ਕਰਕੇ, ਰਹਿਮਤ ਕਰਕੇ ਆਪਣਾ ਜਸ ਆਪ ਹੀ ਸੋ ਸ਼ੁੱਧ ਬੁੱਧ ਨਾਲ ਉਚਰਵਾ ਲੈਣ। ਭੁੱਲਾਂ ਸਤਿਗੁਰੂ ਗਰੀਬ ਨਵਾਜ ਜੀ ਬਖਸ਼ਣ ਯੋਗ ਹਨ, ਬਖਸ਼ ਲੈਣ। ਆਪ ਸੰਗਤ ਨੇ ਖਿਮਾ ਕਰ ਦੇਣੀਆਂ। ਗੁਰੂ ਕਾ ਜਸ, ਗੁਰੂ ਕਾ ਪ੍ਰੇਮ ਹਿਰਦੇ 'ਚ ਵਸ ਜੇ, ਤਾਂ ਜੋ ਗੁਰੂ ਕੇ ਪ੍ਰੇਮ ਨਾਲ ਗੁਰੂ ਕੇ ਪਿਆਰਿਓ ਸਾਡਾ ਉਧਾਰ ਹੋ ਸਕਦਾ ਹੈ। ਇਹ ਕਥਾ ਸੁਣਨ ਦਾ ਮਕਸਦ ਇਹੀ ਹੈ ਕਿ ਗੁਰੂ ਕੀ ਸਿੱਖਿਆ, ਗੁਰੂ ਕਾ ਪ੍ਰੇਮ ਸਾਡੇ ਮਨ ਵਿੱਚ ਵਸ ਜੇ, ਗੁਰੂ 'ਤੇ ਭਰੋਸਾ ਸਾਨੂੰ ਆ ਜੇ। ਸੋ ਇੰਨੀਆਂ ਬੇਨਤੀਆਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਆਓ 2 ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ। ਮਨ ਸੁਖ ਬੇੜਾ ਕੀਆ ਪਾਰ ਗੁਰਦੇਵ ਨਿਜ,
ਰਾਜਾ ਸ਼ਿਵ ਨਾਗ ਪ੍ਰੇਮ ਹੋਆ ਗਲਤਾਨ ਹੈ। ਦਾਸ ਸੀ ਉਮੇਦਾ ਤਿਸ ਕਰਤੇ ਨਿਹਾਲ ਚਲੇ। ਭਾਈ ਮਰਦਾਨਾ ਭਾਈ ਬਾਲਾ ਸੰਗ ਜਾਨ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।